वाहिगुरु। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। वाहिगुरु 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 वाहिगुरु। गोंड महला पंजवा। नाम निरंजन नीर नारायण रसना सिमरत पाप बिलायन। नाम निरंजन नीर नारायण रसना सिमरत पाप बिलायन। नारायण सब माहे निवास नारायण कट कट प्रगास। नारायण कहते नरक ना जाए नारायण सेव सगल फल पाए। नारायण मन माहे आधार नारायण बोहित संसार। नारायण कहत जम पाग पलायन नारायण दंत पाने टायन। नारायण सद सद बख्शिंद नारायण कीने सुख आनंद। नारायण प्रगट कीनो प्रताप नारायण प्रगट कीनो प्रताप। नारायण संत को माई बाप। नारायण साध संग नारायण बारंबार नारायण गायन। बस्त गोचर गुर मिल लही नारायण ओट नानक दास गही। बस्त गोचर गुर मिल लही नारायण ओट नानक दास गही। वाहिगुरु जी का खालसा वाहिगुरु जी की फतेह। फतेह। ਸੋ ਅਸੀਂ ਗੱਲ ਕਰ ਰਹੇ ਸੀ ਜਦੋਂ ਇੱਕ ਟੋਟਲ ਡਿਫਰੈਂਟ ਟੌਪਿਕ ਹੈ। ਜੇ ਇਹਨੂੰ ਹੁਣ ਅਗੇਨ ਮੈਂ ਕਹਿ ਰਿਹਾ ਜੇ ਤੇ ਨੋਟ ਕਰ ਲੈਣਾ। ਗੁਰੂ ਨਾਨਕ ਦੀ ਮੱਕੇ ਫੇਰੀ ਦੇ ਬਾਰੇ ਇੱਕ ਸੰਤ ਪ੍ਰਿਥੀਪਾਲ ਸਿੰਘ ਹੋਏ ਨੇ, ਸੈਯਦ ਸੰਤ ਉਹਨਾਂ ਦਾ ਨਾਂ ਹੈ। ਤੇ ਉਹ ਸੈਯਦ ਘਰਾਣੇ ਚੋਂ ਸਨ ਕਸ਼ਮੀਰ ਦੇ। ਤੇ 35 ਕੇ 40 ਦੇ ਵਿੱਚ ਉਹ ਮਦੀਨੇ ਆਲਮ ਦੀ ਡਿਗਰੀ ਲੈਣ ਗਏ ਸਨ। ਤੇ ਉੱਥੇ ਇੱਕ ਜਿਹੜਾ ਲਾਇਬ੍ਰੇਰੀ ਦੇ ਵਿੱਚ
ਉਹਨਾਂ ਨੂੰ ਇੱਕ ਗ੍ਰੰਥ ਜਿਹਾ ਮਿਲਿਆ ਹੱਥ ਲਿਖਤ 300 ਪੇਜਾਂ ਦੀ, ਜਿੱਤੇ ਲਿਖਿਆ ਹੋਇਆ ਸੀ ਅਰਬੀ ਦੇ ਵਿੱਚ ਸਿਆਹਤੋ ਬਾਬਾ ਨਾਨਕ ਫਕੀਰ, ਕਿ ਟਰੈਵਲਸ ਆਫ ਗੁਰੂ ਨਾਨਕ, ਰਿਟਨ ਬਾਈ ਕਾਜ਼ੀ ਤਾਜ਼ਦੀਨ। ਸੋ ਮੈਂ ਇਸ ਕਰਕੇ ਕਿਹਾ ਵੀ ਇਹ ਟੋਟਲੀ ਡਿਫਰੈਂਟ। ਉਹ ਕਾਜ਼ੀ ਤਾਜ਼ਦੀਨ ਉਹਨਾਂ ਦੇ ਨਾਲ ਇੱਕ ਹੋਰ ਕਾਜ਼ੀ ਦਾ ਵੀ ਨਾਂ ਹੈਗਾ। ਉਹਨਾਂ ਨੇ ਉਹਨਾਂ ਨੂੰ 2 ਸਾਲ ਦੀ ਮੱਕੇ ਫੇਰੀ ਦੇ ਵਿੱਚ ਫਲੈਂਕ ਕੀਤਾ, ਉਹਨਾਂ ਦੇ ਨਾਲ ਰਹੇ ਨੇ, ਤੇ ਜਿੱਥੇ ਜਿੱਥੇ ਬਾਬਾ ਗਿਆ ਉੱਥੇ ਉੱਥੇ ਉਹਨਾਂ ਦੀਆਂ ਗੱਲਾਂ ਨੇ, ਜਿਹੜੀ ਕਲਾ ਜਿਹਨੂੰ ਕਹਿੰਦੇ ਆ ਅਸੀਂ, ਮਤਲਬ ਚਮਤਕਾਰ ਅਸੀਂ ਜਿਹਨੂੰ ਕਹਿੰਦੇ, ਉਹ ਚਮਤਕਾਰ ਨਹੀਂ ਹੈ, ਪਰ ਅਸੀਂ ਉਹਨੂੰ ਸਮਝਿਆ ਗਲਤ ਹੋਇਆ। ਭਾਈ ਗੁਰਦਾਸ ਜੀ ਦੀ ਜਿਹੜੀ ਹੈ ਇੰਟਰਪ੍ਰੀਟੇਸ਼ਨ, ਜਿਹੜੀ ਅਸੀਂ ਉਹਨੂੰ ਠੀਕ ਨਹੀਂ ਸਮਝਿਆ ਹੋਇਆ। ਜੀਵਨ ਨਾਂ ਸੀਗਾ ਉਸ ਝਾੜੂ ਦੇਣ ਵਾਲੇ ਦਾ, ਜਿਹਨੇ ਲੱਤ ਮਾਰੀ ਸੀ ਗੁਰੂ ਸਾਹਿਬ ਨੂੰ ਕਿ ਤੂੰ ਖਾਨਾ ਏ ਖੁਦਾ, ਉਹਨੂੰ ਜਿਹੜਾ ਕਾਲਾ ਪੱਥਰ ਹੈ ਉਹਨੂੰ ਸੰਗੇ ਅਸਵਦ ਕਹਿੰਦੇ ਨੇ, ਤੇ ਉਹਨੂੰ ਕਹਿੰਦੇ ਸੀ ਵੀ ਖਾਨਾ ਏ ਖੁਦਾ ਵਾਲੇ ਪਾਸੇ ਤੂੰ ਪੈਰ ਕਿਵੇਂ ਕੀਤੇ ਹੋਏ ਨੇ। ਤੇ ਉੱਥੇ ਹੈਗਾ ਫਿਰਿਆ ਮੱਕਾ, ਇੱਕ ਲਫ਼ਜ਼ ਆਉਂਦਾ ਹੈ, ਮੈਨੂੰ ਯਾਦ ਨਹੀਂ ਹੈ, ਮੱਕਾ ਫਿਰਿਆ। ਉਹ ਫਿਰੇ ਨੂੰ ਅਸੀਂ ਸਮਝਦੇ ਹਾਂ ਕਿ ਘੁੰਮ ਗਿਆ। ਜਦੋਂ ਅਸੀਂ ਮਹਾਨ ਕੋਸ਼ੀ ਅਰਥ ਦੇਖਦੇ ਹਾਂ, ਜਿਸ ਤਰ੍ਹਾਂ ਮੈਂ ਪਿੱਛੇ ਜੇ ਇੱਕ ਗੱਲ ਕੀਤੀ ਸੀ, ਜਨਮ ਦਾ ਮਤਲਬ ਉਮਰ ਕੀ ਸੀਗਾ, ਉਮਰ। ਸੋ ਜਦੋਂ ਅਸੀਂ ਜਿਹੜੇ ਹੈਗੇ ਨੇ ਕਾਹਨ ਸਿੰਘ ਨਾਭਾ, ਇਹਨਾਂ ਨੇ ਸਾਨੂੰ ਇਹ ਮਦਦ ਕੀਤੀ ਹੋਈ ਹੈ ਸਾਡੀ, ਕਿ ਅਸੀਂ ਠੀਕ ਖੂੰਟੀਆਂ ਤੇ ਨਿਰਭਰ ਕਰੀਏ। ਇੱਕ ਇੱਕ ਲਫ਼ਜ਼ ਦੇ ਕਈ ਕਈ ਮਹਿਣੇ ਹੈਗੇ ਨੇ, ਤੇ ਅਸੀਂ ਇੱਕ ਮਹਿਣੇ ਨੂੰ ਲੈ ਕੇ ਕਹਿੰਦੇ ਹਾਂਜੀ ਇਹੀ ਠੀਕ ਹੈ। ਇੱਕ ਦੂਸਰਾ, ਜਿਹੜੀ ਗੱਲ ਬਾਣੀ ਤੋਂ ਬਾਹਰ ਹੀਅਰਸੇ ਦੇ ਵਿੱਚ ਹੈ, ਸਾਨੂੰ ਆਪਣੀ ਫਿਲਾਸਫੀ ਨੂੰ ਬਚਾਉਣਾ ਵੀ ਸਾਡਾ ਫਰਜ਼ ਹੈ, ਕਿਉਂਕਿ ਉਹ ਸਾਡੀ ਬਜ਼ੁਰਗਾਂ ਦੀ, ਸਾਡੇ ਬਾਪੂ ਜੀ ਦੀ ਇਨਹੈਰੀਟੈਂਸ ਹੈ। ਸੋ ਅਸੀਂ ਉਹਨੂੰ ਕਿਸ ਢੰਗ ਨਾਲ ਬਚਾਈਏ ਕਿ ਅਤਕਥਨੀ ਨਾ ਹੋਵੇ ਤੇ ਯਥਾਰਥ ਦੇ ਨੇੜੇ ਰਵੇ। ਇਹ 2 ਕੰਮ ਸਾਡੇ ਐਜ਼ ਅ ਏਅਰ ਸਾਡੇ ਤੇ ਨਾਜ਼ਲ ਹੁੰਦੇ ਨੇ। ਜਿਹੜੀ ਇਹ ਗੱਲ ਹੈ ਕਿ ਆਪਣਾ ਆਪਣਾ ਫੇਥ ਹੈ, ਹੁਣ ਮੈਂ ਜਦੋਂ ਕਹਿੰਦਾ ਕਿ ਆਪਣਾ ਆਪਣਾ ਫੇਥ ਹੈ, ਤੁਸੀਂ ਸਾਰਿਆਂ ਨੇ ਕਹਿਤਾ ਨਹੀਂ, ਗਲਤ ਹੈ। ਮੈਨੂੰ ਸਿਰਫ ਟਾਈਮ ਚਾਹੀਦਾ ਹੈ। ਮੈਂ ਉਹ ਗਊ ਮਾਤਾ ਦੀ ਪਿਕਚਰ ਜਿਹਦੇ ਚ 10 ਪਾਤਸ਼ਾਹੀਆਂ ਦਾ ਪੂਰਾ ਹੈਗਾ, RSS ਨੇ ਕੱਢੀ ਹੋਈ ਹੈ, ਉਹ ਪਈ ਹੈ, ਤੇ ਮੈਂ ਤੁਹਾਡੀ ਇਜਾਜ਼ਤ ਲੈ ਕੇ ਉਹ ਮੈਂ ਗਰੁੱਪ ਦੇ ਵਿੱਚ ਪਾ ਦਿਆਂਗਾ। ਲਾ ਕੇ, ਮਤਲਬ ਮੈਂ ਪੁੱਛ ਨਹੀਂ ਰਿਹਾ, ਮੈਂ ਦੱਸ ਰਿਹਾ ਤੁਹਾਨੂੰ ਕਿ ਮੈਂ ਉਹਨੂੰ ਗਰੁੱਪ ਦੀ ਜਿਹੜੀ ਹੋਂਦ ਹੈ, ਐਗਜ਼ਿਸਟੈਂਸ, ਉਹਨੂੰ ਮੈਂ, ਜੇ ਤੁਸੀਂ ਸਮਝੋ ਕਿ ਮੈਂ ਸਾਰਿਆਂ ਨੂੰ ਆਪ ਹੀ ਕਹਿਣਾ ਕਿ ਉਹਦੇ ਤੇ ਕੁਝ ਹੋਰ ਨਹੀਂ ਪੈਣਾ ਚਾਹੀਦਾ ਸਵਾਏ ਇਨਫੋਰਮੇਸ਼ਨ ਦੇ, ਬਟ ਦਿਸ ਇਜ਼ ਕੰਸਰਨਿੰਗ एवरीवन, ਸੋ ਆਮ ਗੋਇੰ ਟੂ ਪੁੱਟ ਦੈਟ ਔਨ ਇਨ ਦਾ ਗਰੁੱਪ। ਸੋ ਉੱਥੇ ਤੁਸੀਂ ਕਹਿੰਦੇ ਹੋ ਨਹੀਂ, ਉਹ ਗਲਤ ਹੈ, ਤੇ ਮੈਂ ਕਹਿੰਦਾ ਕਿ ਭਈ ਕਿਸੇ ਦਾ ਬਿਲੀਫ ਹੈ। ਹੁਣ ਇੱਕ ਥਾਂ ਤੇ ਦੇਖੋ, ਅਸੀਂ ਕਿੰਨੀ ਸੈਲਫ ਕੰਟਰਾਡਿਕਟਰੀ ਗੱਲ ਕਰ ਦਿੰਦੇ ਹਾਂ। ਜਿਹੜਾ ਬਿਲੀਫ ਮੈਂ ਕਹਿ ਰਿਹਾ ਉਹ ਬਿਲੀਫ ਠੀਕ ਹੈ, ਤੇ ਜਿਹੜਾ ਬਿਲੀਫ ਕੋਈ ਕਹਿ ਰਿਹਾ ਉਹ ਗਲਤ ਹੈ, ਕਿਉਂਕਿ ਮੈਨੂੰ ਉਹ ਨਹੀਂ ਜੱਚਦਾ। ਇਹੀ ਹੋਇਆ ਨਾ ਬਾਟਮ ਲਾਈਨ। ਹਾਂ, ਕੀ ਹੈ ਪਰਮਜੀਤ ਜੀ? ਨਹੀਂ, ਉਹ ਤਾਂ ਸਾਨੂੰ ਤੁਸੀਂ ਸਿਰ ਮਾਰਿਆ। ਉਹ ਤਾਂ ਸਾਨੂੰ ਪਤਾ ਹੈ ਕਿ ਉਹ RSS ਜਾਣ ਕੇ ਇਸ ਤਰ੍ਹਾਂ ਬਣਾ ਰਹੀ ਹੈ। We are witnessing that, so we know that's not ਸੋ ਇਹ ਨਹੀਂ ਸਾਨੂੰ ਪਤਾ ਕਿ RSS ਸਾਡੇ ਕਨਸੈਪਟ ਦੇ ਵਿੱਚ ਕੜੀ ਘੋਲ ਰਹੀ ਹੈ, ਇਹ ਨਹੀਂ ਪਤਾ ਸਾਨੂੰ। ਪਤਾ ਹੈ, ਔਰ ਅੱਜ ਤੋਂ ਨਹੀਂ 500 ਸਾਲ ਤੋਂ ਘੋਲ ਰਹੀ ਹੈ, ਇਹ ਵੀ ਤਾਂ ਪਤਾ ਹੈ ਨਾ। ਫਿਰ ਅਸੀਂ ਉਹਨੂੰ ਕਿਉਂ ਬਿਲੀਵ ਕਰ ਲੈਂਦੇ ਹਾਂ? ਅਸੀਂ ਮਿੰਟ ਵੀ ਨਹੀਂ ਲਾਉਂਦੇ ਸੋਚਣ ਲਈ ਕਿ ਯਾਰ ਅਸੀਂ ਫਿਲਟਰ ਤੇ ਕਰ ਲਈਏ, ਕੋਈ ਤਰੀਕਾ ਤੇ ਲੱਭ ਲਈਏ। ਕਰਦੇ ਹਾਂ ਅਸੀਂ? ਨਹੀਂ ਕਰਦੇ, ਹਨਾ। ਹੁਣ ਇਹ ਜਿਹੜੀ ਗੱਲ ਹੈ ਕਿ ਧੰਨੇ ਨੇ ਪੱਥਰ ਚੋਂ ਲੱਭਿਆ, ਉਹਦਾ ਹੈਗਾ
ਜਿੱਥੋਂ ਭੁਲੇਖਾ ਪੈਂਦਾ ਹੈ, ਹੈਗਾ ਬਾਹਮਣ ਪੂਜੈ ਦੇਵਤਾ, ਬਾਹਮਣ ਪੂਜੈ ਦੇਵਤਾ ਧੰਨਾ ਗਊ ਚਰਾਵਣ ਆਵੇ। ਬਾਹਮਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੇ। ਇੱਕ ਤੁਸੀਂ ਕੱਢ ਸਕਦੇ ਹੋ ਆਪਣੇ ਭਾਈ ਗੁਰਦਾਸ ਜੀ ਦੀ। ਧੰਨੇ ਡਿਠਾ ਚਲਤ ਇਹ ਪੁੱਛੇ ਬਾਹਮਣ ਆਖ ਸੁਣਾਵੇ। ਹੁਣ ਇੱਕ ਗੱਲ ਦੇਖੋ ਭਈ ਭਗਤ ਧੰਨਾ ਜੀ ਨੂੰ ਅਸੀਂ ਕੀ ਸਮਝਦੇ ਹਾਂ? ਭਗਤ ਨੇ ਨਾ, ਰਾਈਟ? ਤੇ ਜੇ ਉਹ ਪੱਥਰ ਚੋਂ ਲੱਭਦੇ ਨੇ ਤੇ ਉਹ ਮੂਰਤੀ ਪੂਜਕ ਹੋ ਗਏ ਨਾ, ਨਹੀਂ ਹੋਏ? ਕਿਉਂ? ਪੱਥਰ ਚੋਂ ਲੱਭਿਆ ਉਹਨਾਂ ਨੇ, ਉਹ ਪੱਥਰ ਨੂੰ ਪੂਜ ਰਹੇ ਨੇ, ਪੱਥਰ ਦੀ ਸੇਵਾ ਕਰ ਰਹੇ ਨੇ, ਸੋ ਮੂਰਤੀ ਪੂਜਕ ਹੋ ਗਏ। ਆਈਡਲ ਵਰਸ਼ਿਪ, ਤੇ ਆਈਡਲ ਵਰਸ਼ਿਪ ਇਜ਼ ਅਗੇਂਸਟ, ਆਈ ਐਮ ਯੂਜ਼ਿੰਗ ਦ ਵਰਡ, ਗੁਰੂ ਨਾਨਕ's philosophy. Isn't it just how? Isn't it just his bhav that he was such a pathar it Guru ji nu dekh rahe hain, ਉਹਨਾਂ ਦਾ ਖਾਲੀ ਮਤਲਬ ਉਹਨਾਂ ਦਾ ਭਾਵ ਹੈ ਨਾ, that's what he's feeling, ਉੱਥੇ ਬੈਠ ਕੇ ਪਿਆਰ ਵਿੱਚ ਆਪਣਾ ਉਹਨਾਂ ਨੂੰ ਨਹੀਂ। ਪਰ ਸਾਨੂੰ ਗੁਰਬਾਣੀ ਨਹੀਂ ਨਾ ਕਹਿੰਦੀ, ਗੁਰਬਾਣੀ ਕਹਿੰਦੀ ਹੈ ਏਕਾ ਪਾਥਰ ਕੀਜੈ ਭਾਉ, ਕਿ ਇੱਕ ਪੱਥਰ ਤੇ ਤੁਸੀਂ ਆਪਣਾ ਅਕੀਦਾ ਬਣਾਉਂਦੇ ਹੋ, ਭਾਵ ਜੋ ਤੁਸੀਂ ਕਹਿ ਰਹੇ ਹੋ। ਦੂਜੇ ਪਾਥਰ ਧਰਿਐ ਪਾਉ, ਦੂਜੇ ਪੱਥਰ ਤੇ ਤੁਸੀਂ ਪੈਰ ਰੱਖਦੇ ਹੋ। ਜੇ ਉਹ ਦੇਵ ਤਾਂ ਉਹ ਵੀ ਦੇਵਾ। ਜੇ ਇੱਕ ਪੱਥਰ ਜਿਹੜਾ ਹੈ ਉਹ ਦੇਵਤਾ ਏ ਤੇ ਦੂਜਾ ਜਿਹਦੇ ਤੇ ਪੈਰ ਰੱਖਿਆ ਉਹ ਵੀ ਦੇਵਤਾ ਹੋਣਾ ਚਾਹੀਦਾ। ਕਹੋ ਨਾਮਦੇਵ ਹਮ ਹਰ ਕੀ ਸੇਵਾ। I guess it's man-made versus God-made. Yes. So God-made ਤੇ ਪੱਥਰ ਹੈ ਹੀ ਕੋਈ ਨਹੀਂ ਨਾ। All those idols, statues. Idol worship, bottom line, ਸਾਨੂੰ ਆਪਣੇ ਪਿਓ ਦਾ ਕਨਸੈਪਟ ਨਹੀਂ ਪਤਾ ਕਿ ਅਸੀਂ ਸਾਡਾ ਪਿਓ ਮੂਰਤੀ ਪੂਜਕ ਹੈ ਕਿ ਨਹੀਂ। ਹਾਂ, ਕਿਹੜੀ ਮੂਰਤੀ ਪੂਜਨੀ ਹੈ? ਉਹ ਕਹਿੰਦਾ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰ ਮੂਰਤ ਗੁਰ ਸ਼ਬਦ ਹੈ। ਨਾਲੇ ਵੀ ਕਹਿਤਾ ਕਿ ਮੇਰੇ ਵਰਗੇ ਨੇ ਕਹਿ ਦੇਣਾ ਸੀ ਹਾਂਜੀ ਦੇਖਿਆ ਆਇਆ ਗੁਰ ਕੀ ਮੂਰਤ ਮਨ ਮੈਂ ਧਿਆਨ, ਤੇ ਗੁਰੂ ਦੀ ਮੂਰਤੀ ਅਸੀਂ ਰੱਖ ਸਕਦੇ ਹਾਂ ਆਪਣੇ ਘਰ 'ਚ। ਪਰ ਉਹਨੇ ਨਾਲ ਹੀ ਕਹਿਤਾ ਕਿ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਇੱਕ ਨਹੀਂ, ਹਜ਼ਾਰਾਂ ਪ੍ਰਮਾਣ ਨੇ, ਮੈਂ ਤੇ ਸਿਰਫ ਇੱਕ ਅੱਧਾ ਯਾਦ ਕੀਤਾ ਹੋਇਆ, ਮੇਰੀ ਯਾਦਾਸ਼ਤ ਹੀ ਇੰਨੀ ਹੈ। ਕਈ ਪ੍ਰਮਾਣ ਨੇ ਕਿ ਮੂਰਤੀ ਜਿਹੜੀ ਹੈ ਆਈਡਲ ਵਰਸ਼ਿਪ ਗੁਰੂ ਨਹੀਂ ਮੰਨਦਾ। ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਹੋਈ ਨੇਫਲ ਸੇਵ, ਏਦਾਂ ਦਾ ਵੀ ਹੈਗਾ, ਯਾਦ ਆ ਰਿਹਾ ਮੈਨੂੰ ਹਲਕਾ ਹਲਕਾ, ਯੂ ਨੋ। ਸੋ ਹੁਣ ਇਹ ਪਰਪਸ, ਫਿਰ ਜਿਹੜਾ ਭਗਤ ਬਣ ਗਿਆ ਉਹ ਮੂਰਤੀ ਪੂਜਾ ਭਗਤ ਹੋ ਗਿਆ? ਨਹੀਂ, ਕਿਧਰੇ ਸਾਡੇ ਸਮਝਣ 'ਚ ਫਰਕ ਹੋਵੇ। ਤੇ ਅਸੀਂ ਸਾਰਿਆਂ ਨੇ ਬੇਸ ਕਿੱਥੋਂ ਲਿਆ ਕਹਾਣੀ ਦਾ? ਐਸ ਵਾਰ 'ਚੋਂ। ਤੇ ਜਿਹੜੀ ਭਾਈ ਗੁਰਦਾਸ ਜੀ ਨੇ ਵਾਰ ਉਹ ਜਿਹੜੀ ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਜੇ ਦੀਵਾਲੀ ਮਨਾਣੀ ਹੈ ਉਹ ਵੀ ਭਾਈ ਗੁਰਦਾਸ ਜੀ ਦੀ ਵਾਰ ਨੂੰ ਅਸੀਂ ਮਿਸਇੰਟਰਪ੍ਰੈਟ ਕੀਤਾ। ਜੇ ਉਹ ਜਿਹੜਾ ਜੀਵਨ ਵਾਲਾ ਮੱਕੇ ਦੀ ਗੱਲ, ਉਹ ਵੀ ਅਸੀਂ ਮਿਸਇੰਟਰਪ੍ਰੈਟ ਕੀਤਾ ਔਰ ਮਿਸਅੰਡਰਸਟੈਂਡ ਕੀਤਾ। ਤੇ ਇਹ ਵੀ ਜਿਹੜਾ ਹੈ ਹੁਣ ਅਸੀਂ ਕਰਨ ਲੱਗੇ ਹਾਂ, ਜੇ ਕਨਸੈਪਟ ਵਾਈਜ਼ ਕਿਸੇ ਭਗਤ ਦਾ ਕਨਸੈਪਟ ਇਹ ਹੋਵੇ, ਗੁਰੂ ਦਾ ਕਨਸੈਪਟ ਹੋਵੇ, ਤੇ ਸਾਨੂੰ ਬਾਣੀ 'ਚ ਉਹਦੀ ਤਸਦੀਕ ਮਿਲੇਗੀ ਕਿ ਨਹੀਂ? ਯੈਸ ਔਰ ਨੋ? Should it be or not? Can I say? If Guru, okay, ਮੇਰੀ ਗੱਲ ਦਾ ਜਵਾਬ ਦੇ ਦਿਓ ਨਾ, ਫਿਰ ਮੈਂ ਤੁਹਾਨੂੰ, ਮੇਰੀ ਗੱਲ ਖਤਮ ਹੋ ਜਾਏ ਨਾ। ਮੈਂ ਜਵਾਬ ਦੇਣ ਲੱਗੀ। ਜੇ ਗੁਰੂ ਕਹਿੰਦਾ ਹੈ, ਹਾਂ ਦਿਓ ਨਾ, ਫਿਰ ਕਹਿਣਾ ਹੀ ਸੇ ਕੀ I'm asking। ਹਾਂ, ਜਵਾਬ ਸਾਡੀ ਗੁਰੂ ਗ੍ਰੰਥ ਸਾਹਿਬ 'ਚ ਜੋ ਉਸ ਦਿਨ ਵੀ ਮੈਂ ਗੱਲ ਕਹੀ ਸੀ ਕਿ ਫਰੀਦ ਜੀ 500 ਸਾਲ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ, ਕਬੀਰ ਜੀ ਕਿੰਨੇ ਸਾਲ ਪਹਿਲੇ ਹੋਏ, ਭਗਤ ਧੰਨਾ ਜੀ ਆਈ ਡੋਂਟ ਨੋ ਕਿੰਨੇ, ਜੋ ਕਨਸੈਪਟ
ਸਾਡੇ ਗੁਰੂਆਂ ਦੇ ਨਾਲ ਮਿਲਦਾ ਸੀ ਉਸ ਤੋਂ ਪਹਿਲੇ what they were doing, whatever concept, he just took that, he just put those were the only things that are put in Guru Granth Sahib. So I don't know if Bhagat Nath ji ਕਿੰਨੀ ਦੇਰ ਪਹਿਲੇ ਹੋਈ ਸੀ, maybe ਕੀ ਕਰਦੇ ਸੀ ਪਤਾ ਨਹੀਂ, ਪਰ ਉਹਨਾਂ ਦੇ ਸਾਡੇ ਗੁਰੂਆਂ ਨਾਲ ਜਿਹੜੇ concept ਮਿਲਦਾ ਸੀ ਉਹ ਚੁਣ ਕੇ ਉਹ ਗੁਰੂ ਗ੍ਰੰਥ ਸਾਹਿਬ ਚ ਪਾਇਆ ਗਿਆ। ਲੈ ਲਿਆ, ਠੀਕ ਹੈ ਨਾ, ਠੀਕ ਹੈ, ਹਾਂਜੀ ਹਾਂਜੀ ਓਕੇ। ਹੁਣ ਇਸ ਕਨਸੈਪਟ ਦੇ ਵਿੱਚ ਹੁਣ ਅਸੀਂ ਸਾਨੂੰ ਨਹੀਂ ਪਤਾ ਕਿਹੜੇ ਸੰਨ ਚ ਹੋਏ, ਵੈਸੇ ਬਾਈ ਦੇ ਵੇ ਉਹ ਭਗਤ ਧੰਨਾ ਜੀ 1415 ਤੇ ਆਪਣਾ ਇਹਨਾਂ ਦੇ ਕੋਲ ਹੈਗਾ ਉਹ ਡੇਟਾ ਆਪਣਾ ਭੁਪਿੰਦਰਜੀਤ ਕੋਲ 1415 1459। ਸੋ ਉਦੋਂ ਹੋਏ ਨੇ ਕਿ ਉਹਨਾਂ ਦੀ ਡੈਥ ਹੋ ਗਈ ਹੈ? He was born in 1415. I was just looking up how long before. So Guru he Nanak. was contemporary of Guru Nanak, है ना? Yeah. ठीक है, अच्छा। And definitely ਉਹਨਾਂ ਦੀ ਜਿਹੜੀ ਬਾਣੀ ਹੈ ਗੁਰੂ ਨਾਨਕ ਨੇ ਆਪ ਹੀ ਉਹਨਾਂ ਦੇ ਕੋਲੋਂ ਲਈ ਹੈ। Probably. ਇੱਕ ਗੱਲ ਦਾ ਖਿਆਲ ਰਹੇ ਕਿ ਗੁਰੂ ਨਾਨਕ ਨੇ ਸਾਰੇ ਭਗਤਾਂ ਦੀ ਬਾਣੀ ਆਪ ਇਕੱਠੀ ਕੀਤੀ ਹੈ। ਸੋ ਸਾਰੇ ਭਗਤ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਵੇਲੇ ਹੋਏ ਨੇ। ਜੇ ਨਹੀਂ ਹੋਏ ਜਿਸ ਤਰ੍ਹਾਂ ਬਾਬਾ ਫਰੀਦ ਜੀ, ਤੇ ਉਹਨਾਂ ਦਾ ਏਅਰ ਜਿਹੜਾ 12ਵੀਂ ਗੱਦੀ ਤੇ ਉਹ ਸ਼ੇਖ ਫਰੀਦ ਸਾਨੀ ਹੈ, ਹਾਂਜੀ ਜਿਹਨੂੰ ਗੁਰੂ ਸਾਹਿਬ ਮਿਲੇ ਨੇ। ਤੇ ਸ਼ੇਖ ਫਰੀਦ ਸਾਨੀ ਕੋਲੋਂ ਸ਼ੇਖ ਫਰੀਦ ਸ਼ੱਕਰਗੰਜ ਦੀ ਬਾਣੀ ਉਹਨਾਂ ਨੇ ਲਈ ਹੈ, ਠੀਕ ਹੈ ਨਾ। ਇਹ ਥੋੜਾ ਜਿਹਾ ਹਿਸਟੋਰਿਕ ਤੱਥ ਹੈਗੇ ਨੇ ਜਿਹੜੇ ਅਸੀਂ ਉਹਦੇ ਚ ਨਹੀਂ ਪੈਣਾ। ਅੱਛਾ, ਹੁਣ 4 ਸ਼ਬਦ ਸਿਰਫ, ਹੁਣ ਜਿਸ ਤਰ੍ਹਾਂ ਭਗਤ ਕਬੀਰ ਜੀ ਦੇ ਬੜੇ ਹੀ ਸ਼ਬਦ ਨੇ ਜਿਹੜੇ ਗੁਰਬਾਣੀ ਤੋਂ ਬਾਹਰ ਮਿਲਦੇ ਨੇ ਸਾਨੂੰ, ਅਸੀਂ ਉਹਨਾਂ ਦੀ ਕੰਸੀਡਰੇਸ਼ਨ ਨਹੀਂ ਲੈਂਦੇ। ਅਸੀਂ ਉਹਦੀ ਗੱਲ ਕਰਦੇ ਹਾਂ ਜਿਹੜਾ ਕਨਸੈਪਟ, ਜਿਹੜਾ ਅਕਾਲ ਪੁਰਖ ਦਾ ਕਨਸੈਪਟ ਗੁਰੂ ਨਾਨਕ ਨੇ ਸਾਨੂੰ ਦਿੱਤਾ ਹੈ, ਅਸੀਂ ਇਹ ਮਿੱਥ ਕੇ ਚੱਲਦੇ ਹਾਂ, ਵੀ ਆਰ ਆਫ ਦਾ ਬਿਲੀਵ ਕਿ ਸਾਰੇ ਭਗਤਾਂ ਦੀ ਜਿਹੜਾ ਕਨਸੈਪਟ ਹੈ ਨਾ ਉਹ ਗੁਰੂ ਨਾਨਕ ਦੇ ਨਾਲ ਮੇਲ ਖਾਂਦਾ ਹੈ। ਯੈਸ ਔਰ ਨੋ? ਯੈਸ ਨਾ, ਠੀਕ ਹੈ। ਹੁਣ ਭਗਤ ਧੰਨਾ ਜੀ ਦਾ ਜਿਹੜਾ ਅਸੀਂ ਹੁਣ ਸ਼ਬਦ ਲੈ ਰਹੇ ਹਾਂ, ਪਹਿਲੇ ਭਗਤ ਸਾਨੂੰ ਭੁਲੇਖਾ ਕਿੱਥੇ ਪੈ ਰਿਹਾ ਅਸੀਂ ਉਹਨੂੰ ਕਲੈਰੀਫਾਈ ਕਰ ਲਈਏ। ਕਿਉਂਕਿ ਵੈਸੇ ਤੇ ਸਾਨੂੰ ਭਾਈ ਗੁਰਦਾਸ ਜੀ ਤੇ ਕਿਉਂਕਿ ਗੁਰਬਾਣੀ ਤੋਂ ਬਾਹਰ ਹੈ, ਪਰ ਕਿਉਂਕਿ ਗੁਰਬਾਣੀ ਦੀ ਕੁੰਜੀ ਹੈ, ਇਸ ਕਰਕੇ ਠਾਕੁਰ ਦੀ ਸੇਵਾ ਕਰੈ ਜੋ ਇੱਛੈ, ਧੰਨੈ ਡਿਠਾ ਚਲਤ ਇਹ ਪੁੱਛੈ ਬਾਹਮਣ ਆਖ ਸੁਣਾਵ। ਇਹਨੂੰ ਜੇ ਤੁਸੀਂ ਕੱਢ ਲਓਗੇ ਤੇ ਤੁਹਾਨੂੰ ਲਫ਼ਜ਼ਾਂ ਤੇ ਮੈਂ ਉਹਨਾਂ ਨੂੰ ਟਵਿਸਟ ਨਹੀਂ ਕਰ ਰਿਹਾ, ਨਹੀਂ ਤੇ ਮੇਰੇ ਤੇ ਤੁਸੀਂ ਇਹ ਦੋਸ਼ ਲਾ ਦਿਓਗੇ ਕਿ ਤੁਸੀਂ ਟਵਿਸਟ ਕਰਦੇ ਹੋ। ਧੰਨੇ ਡਿਠਾ ਚਲਤ ਇਹ ਪੁੱਛੈ ਬਾਹਮਣ ਆਖ ਸੁਣਾਵੈ। ਤੇ ਧੰਨੇ ਨੇ ਦੇਖਿਆ, ਧੰਨਾ ਜਾ ਰਿਹਾ ਸੀ, ਬਾਹਮਣ ਦੇਵਤੇ ਨੂੰ ਪੂਜ ਰਿਹਾ ਪੱਥਰ ਦੇ ਰਾਹੀਂ। ਧੰਨਾ ਕਹਿੰਦਾ ਵੀ ਇਹ ਕੀ ਕਰ ਰਹੇ? ਅੱਛਾ, ਹੁਣ ਖਿਆਲ ਰਹੇ ਕਿ ਧੰਨਾ ਭਗਤ ਹੈ, ਤੇ ਜਿਹੜਾ ਭਗਤ ਹੈ ਉਹਦੀ ਆਲੇ ਦੁਆਲੇ ਗੱਲਬਾਤ ਹੈ। ਇਹ ਤੇ ਹੈ ਨਹੀਂ ਹੈ ਕਿ ਉਹਨੇ ਇੱਕਦਮ ਕਨਵਰਟ ਹੋਇਆ ਬਾਹਮਣ ਦੇ ਨਾਲ, ਨਹੀਂ, ਉਹ ਆਲਰੇਡੀ ਭਗਤ ਹੈ, ਐਗਜ਼ਿਸਟ ਕਰ ਰਿਹਾ। ਬਾਹਮਣ ਨੇ ਜਦੋਂ ਪੰਡਤ ਧੰਨੇ ਨੂੰ ਦੇਖਿਆ ਤੇ ਉਹਨੂੰ ਮੌਤ ਪੈ ਗਈ, ਆ ਗਈ ਭਸੋੜੀ। ਇਹ ਅੱਜ ਹੋਰ ਕੋਈ ਗੱਲ ਨਗੇਟ ਕਰੇਗਾ। ਕਿਹੜੇ ਪੇਜ ਦੇ ਸ਼ਬਦ? ਇਹ ਭਾਈ ਗੁਰਦਾਸ ਜੀ ਦਾ ਜੀ ਪੇਜ ਨਹੀਂ ਹੈ, ਅੱਛਾ ਇਹ ਤੁਸੀਂ ਸਰਚ ਕਰੋਗੇ ਈਸ਼ਰ ਮਾਈਕਰੋਮੀਡੀਆ ਚ, ਅੱਛਾ ਜੀ। ਬਾਹਮਣ ਪੂਜੇ ਦੇਵਤਾ ਧੰਨਾ ਗਊ ਚਰਾਵਨ ਆਵੇ। ਬਾਹਮਣ ਤੇ ਧੰਨੇ ਡਿਠਾ ਚਲ ਤੇ ਪੁੱਛੇ ਬਾਹਮਣ ਆਖ ਸੁਣਾਵੇ। ਹੁਣ ਧੰਨੇ ਨੇ ਇਹ ਦੇਖਿਆ, ਹੁਣ ਇੱਥੇ ਸਾਨੂੰ ਸਮਝ ਨਹੀਂ ਆ ਰਹੀ ਪੁੱਛੇ ਕਿਹਨੂੰ ਤੇ ਆਖਿਆ ਕਿਹਨੇ, ਰਾਈਟ? ਮੈਂ ਸਿਰਫ ਪੁਆਇੰਟ ਰੇਜ਼ ਕਰ ਰਿਹਾ ਤੇ ਤੁਸੀਂ ਦੇਖਣਾ ਕਿ ਉਹਦੇ ਨਾਲ ਕਿੰਨਾ ਫਰਕ ਪੈਂਦਾ। ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ। ਹੁਣ ਭਾਈ ਗੁਰਦਾਸ ਜੀ ਦੀ ਨਰੇਸ਼ਨ ਦੇ ਵਿੱਚ ਜਾਂ ਜਿਹੜੇ ਮਹਿਣਾ ਕੱਢਦੇ ਨੇ, ਉਹ ਕਹਿੰਦੇ ਕਿ ਬਾਹਮਣ ਨੇ ਕਿਹਾ, ਧੰਨੇ ਨੇ ਕਿਹਾ ਵੀ ਠਾਕੁਰ ਦੀ ਸੇਵਾ ਕਰੋ ਤੇ ਜਿਹੜਾ ਜੋ ਚਾਹੋਗੇ ਉਹ ਫਲ ਮਿਲ ਜਾਏਗਾ। ਧੰਨਾ ਕਰਦਾ ਜੋਦੜੀ ਮੈਂ ਭੀ ਦੇ ਇੱਕ ਜੇ ਤੁਧ ਭਾਵੈ। ਯੂ ਨੋ,
ਮੈਨੂੰ ਵੀ ਉਹ ਇੱਕ ਦੇ ਨਾਲ ਮਿਲਾ ਦੇ। ਹੁਣ ਇੱਥੇ ਇੱਕ ਬਹੁਵਚਨ ਹੈ, Yeah. ਇੱਕ ਪੱਥਰ ਦੀ ਗੱਲ ਨਹੀਂ ਹੋ ਰਹੀ। ਹੁਣ ਇੰਨਾ ਕੁ ਤੇ ਸਾਨੂੰ ਸਮਝ ਆ ਗਿਆ ਨਾ, ਇੱਥੇ ਇੱਕ ਔਂਕੜ ਨਹੀਂ ਹੈ। ਸੋ ਡੈਫੀਨੇਟਲੀ ਧੰਨਾ ਜੀ ਉਹਦੇ ਕੋਲੋਂ ਇੱਕ ਪੱਥਰ ਨਹੀਂ ਮੰਗ ਰਹੇ। ਅਕਾਲ ਪੁਰਖ ਕਿਉਂਕਿ ਇੱਕ ਵਚਨ ਵੀ ਹੈ ਤੇ ਬਹੁਵਚਨ ਵੀ ਹੈ, ਇਸ ਕਰਕੇ ਉਹਦੇ ਲਈ ਕਹਿੰਦੇ ਨੇ ਕਿ ਮੈਨੂੰ ਵੀ ਪੰਡਤ ਜੀ, ਦੇਵਤਾ ਜੀ, ਮਤਲਬ ਬਾਹਮਣ ਜੀ, ਮੈਨੂੰ ਵੀ ਉਹ ਇੱਕ ਮਿਲਾ ਦਿਓ ਜੇ ਤੁਹਾਨੂੰ ਮਤਲਬ ਪਸੰਦ ਆ ਜੇ ਤੇ। I mean if you like it। ਹੁਣ ਇੱਥੇ ਗੱਲ ਪਤਲ ਕਿ ਟਵਿਸਟ ਹੋ ਗਈ ਨਾ ਕਿ ਪੱਥਰ ਨਹੀਂ ਮੰਗਿਆ, ਕਿਉਂਕਿ ਉਹ ਭਗਤ ਹੈ, ਉਹ ਆਲਰੇਡੀ ਇੱਕ ਦਾ ਬਿਲੀਵਰ ਹੈ, ਇੱਕ ਓਂਕਾਰ ਦਾ ਬਿਲੀਵਰ ਹੈ। I would assume that। ਤੇ ਫਿਰ ਕਹਿੰਦੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਹੁਣ ਪੰਡਤ ਜੀ ਨੂੰ ਪਸੂੜੀ ਪੈ ਗਈ ਹੈ ਕਿ ਮੈਂ ਕੀ ਕਰਾਂ, ਮੇਰੇ ਕਿਉਂਕਿ ਪੰਡਤ ਜੀ ਦੇ ਕੋਲ ਇੱਕ ਹੈ ਨਹੀਂ ਹੈ, ਰੱਬ ਦੀ ਹੋਂਦ ਪੰਡਤ ਜੀ ਦੇ ਕੋਲ ਨਹੀਂ ਹੈ, ਬਾਹਮਣ ਦੇ ਕੋਲ। ਉਹ ਤੇ ਭੇਖੀ ਹੈ, ਉਹਦਾ ਆਪਣਾ ਬਿਲੀਫ ਹੀ ਕੁਝ ਹੋਰ ਹੈ। ਹੁਣ ਉਹ ਕੀ ਕਰਦਾ, ਕਹਿੰਦਾ ਵੀ ਐ ਲੈ ਫੜ ਯਾਰ, ਮੇਰਾ ਆਪਣੀ ਜਾਨ ਛੁਡਾਉਂਦਾ ਕਿ ਲੈ ਫੜ। ਠਾਕੁਰ ਨੂੰ ਨਵਾਲ ਕੇ ਛਾਏ ਰੋਟੀ ਲੈ ਭੋਗ ਚੜਾਵੇ। ਉਹਨੂੰ ਕਹਿੰਦਾ ਵੀ ਐਦਾਂ ਕਰੀ। ਪੰਡਤ ਜੀ ਧੰਨੇ ਨੂੰ ਤੇ ਪਤਾ ਹੈ ਕਿ ਕੀ ਕਰਨਾ ਹੈ, ਪਰ ਪੰਡਤ ਉਹਨੂੰ ਆਪਣੀ ਭਈ ਆਰਤੀ ਕਰੀ, ਐਦਾਂ ਕਰੀ, ਇਹ ਕਰੀ, ਉਹ ਕਰੀ। ਸਾਡੇ ਵੀ ਬਾਹਮਣ ਕਰਦੇ ਨੇ ਏਦਾਂ ਕਿ ਜੀ ਏਦਾਂ ਕਰਿਓ, ਏਦਾਂ ਕਰਿਓ। ਸੋ ਇਹ ਸਾਰੀ ਜਿਹੜੀ ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾ। ਉਹ ਕਹਿੰਦਾ ਯਾਰ ਮੇਰੀ ਜਾਨ ਬਖਸ਼ ਦੇ, ਮੇਰੀ ਇੱਜ਼ਤ ਦਾ ਸਵਾਲ ਹੈ। ਬਾਹਮਣ ਉਹਨੂੰ ਕਹਿ ਰਿਹਾ ਕਿ ਦੇਖ ਮੇਰੀ ਇੱਜ਼ਤ ਬਣਨੀ ਹੋਈ ਹੈ ਪਿੰਡ 'ਚ, ਮੇਰਾ ਕਿਤੇ ਬੇੜਾ ਨਾ ਗਰਕ ਕਰ ਦੇਈਂ। ਹਾਂ ਵੀ ਮੂੰਹ ਨਾ ਜੁਠਾਲਸਾਂ, ਤੂੰ ਰੂਠਾ ਮੈਂ। ਇਹ ਹੁਣ ਗੱਲ ਅਸੀਂ ਕਰਦੇ ਹਾਂ ਕਿ ਧੰਨੇ ਨੇ ਪੱਥਰ ਦੇ ਅੱਗੇ ਖੜੇ ਹੋ ਕੇ ਏਦਾਂ ਦੀ ਗੱਲ ਕਰਨੀ ਸ਼ੁਰੂ ਕਰਤੀ, ਜਦ ਕਿ ਇਹ ਤੇ ਹੈ ਹੀ ਨਹੀਂ। ਬਾਹਮਣ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਕਹਿੰਦਾ ਕਿ ਮੈਂ ਰੋਟੀ ਨਹੀਂ ਖਾਣੀ ਜੇ ਤੂੰ ਮੇਰੇ ਨਾਲ ਗੁੱਸੇ ਹੋ ਗਿਆ, ਵੀ ਤੂੰ ਮੇਰੇ ਨਾਲ ਮਨਿਆ ਰਹਿ, ਭਾਵ ਮੇਰੀ ਇੱਜ਼ਤ ਨੂੰ ਬਚਾ ਕੇ ਰੱਖੀ। ਗੁਸਾਈ ਪ੍ਰਤੱਖ ਹੋਏ ਰੋਟੀ ਖਾਏ, ਛਾਏ ਮੋਹ ਲਾਵੇ। ਹੁਣ ਇਹ ਕਿਹੜੇ ਗੁਸਾਈ ਪ੍ਰਤੱਖ ਹੋ ਗਏ, ਕਦੋਂ ਹੋ ਗਏ? ਪੱਥਰ ਚੋਂ ਤੇ ਕਦੀ ਰੱਬ ਨੂੰ ਲੱਭਿਆ ਨਹੀਂ ਸੀ। ਅੱਛਾ, ਇਹਦੇ ਚ ਭੁਲੇਖਾ ਹੈਗਾ, ਆਪਾਂ ਇਹਦੀ ਗੱਲ ਨਹੀਂ ਕਰਦੇ। ਹੁਣ ਅਸੀਂ ਚੱਲਦੇ ਹਾਂ ਉਹਦੇ ਚ ਜਿਹੜੀ ਆ ਮਿਲ ਜਨ ਸੰਤ ਸਮਾਨਿਆ। ਉਹ ਕੀ ਹੈਗਾ, ਮੈਂ ਹੁਣੇ ਕਿਹਾ ਸੀ ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ, ਉਹੀ ਹੈ ਨਾ। ਭਗਤ ਧੰਨਾ ਜੀ ਦਾ ਸ਼ਬਦ ਹੈ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਹਾਂ, ਮੈਂ should I give the page number? 487. 487। ਹੁਣ ਭਗਤ ਧੰਨੇ ਜੀ ਨੂੰ ਪੁੱਛੀਏ ਕਿ ਭਗਤ ਜੀ ਤੁਸੀਂ, 4 ਤੇ ਸ਼ਬਦ ਨੇ ਭਗਤ ਜੀ ਦੇ ਬਾਣੀ 'ਚ, ਤੁਸੀਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਕੀ ਕਹਿੰਦੇ ਹੋ। ਆਰ ਯੂ ਅ ਬਲੀਵਰ ਆਫ ਜਿਹੜੀ ਹੈ ਮੂਰਤੀ ਪੂਜਾ? ਹੁਣ ਉਹਨਾਂ ਨੂੰ ਪੁੱਛਦੇ ਆ, ਕਹਿੰਦੇ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਮੇਰੀ ਮਾਇਆ ਦੇ ਮਗਰ ਭਟਕਣਾ ਦੇ ਵਿੱਚ। ਹੁਣ ਦੇਖੋ, ਜੇ ਅਸੀਂ ਇਹ ਹੈਡਿੰਗ ਨਾ ਦਈਏ ਕਿ ਭਗਤ ਜੀ ਦੀ ਬਾਣੀ ਹੈ, ਤੇ ਲੱਗਦਾ ਨਹੀਂ ਹੈ ਕਿ ਗੁਰਬਾਣੀ ਦੇ ਨਾਲ ਮਿਲਦੀ ਜੁਲਦੀ ਗੱਲ ਹੈ। ਭਈ ਅਸੀਂ ਬੜੇ ਜਨਮ ਭਿਰ ਕੇ, ਜਿੱਦਾਂ 1,84 ਭ੍ਰਮਤਿਆਂ ਦੁਰਲਭ ਜਨਮ ਪਾਏ ਹੋਏ ਹੈ। ਤਨ ਮਨ ਧਨ ਨਹੀਂ ਧੀਰੇ। ਮੇਰਾ ਤਨ, ਮੇਰਾ ਮਨ, ਮੇਰਾ ਧਨ, ਇਹ ਟਿਕਦਾ ਨਹੀਂ ਹੈ। ਡਿਸਪਾਈਟ ਮੇਰੇ ਗੇੜੇ ਦੇ ਵਿੱਚ ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਬਿਸਰੇ ਪ੍ਰਭ ਹੀਰੇ ਰਹਾਓ। ਤੇ ਕਹਿੰਦੇ ਭਈ ਲਾਲਚ, ਕਾਮਨਾ, ਇਹਦੇ ਵਿੱਚ ਮੇਰਾ ਜਿਹੜਾ ਮਨ ਹੈ ਉਹ ਗੜੂੰਦ ਹੈ, ਉਹ ਐਬਜ਼ੌਰਬਡ ਹੈ।
ਤੇ ਮਨ ਬਿਸਰੇ ਪ੍ਰਭ ਹੀਰੇ, ਮਨ ਦੇ ਨੰਨੇ ਨੂੰ ਸਿਹਾਰੀਏ, ਮੇਰੇ ਮਨ ਦੇ ਵਿੱਚੋਂ ਹੀਰੇ ਵਰਗਾ ਰੱਬ ਜਿਹੜਾ ਨਾ ਉਹ ਵਿਸਰਿਆ ਹੋਇਆ ਹੈ। ਸਾਡੇ ਇੱਥੇ ਵੀ ਵਿਸਰਿਆ ਹੋਇਆ ਹੈ। ਮੇਰੇ ਮਨ ਦੇ ਵਿੱਚੋਂ ਇਹ ਜਿਹੜਾ ਰੱਬ ਸੀਗਾ ਇਹ ਨਹੀਂ ਮਿਲਿਆ ਮੈਨੂੰ। ਮੈਂ ਮਨੁੱਖਾ ਦੇਹੀ ਪ੍ਰਾਪਤ ਕਰ ਲਈ ਪਰ ਮੈਨੂੰ ਰੱਬ ਨਹੀਂ ਮਿਲਿਆ ਹਾਲੇ। ਬਿਖ ਫਲ ਮੀਠ ਲੱਗੇ ਮਨ ਬਉਰੇ, ਬਿਖ ਫਲ ਜ਼ਹਿਰੀਲੇ ਫਲ ਜਿਹੜੇ ਸਨ, ਨਾ ਖਾਣ ਵਾਲੀਆਂ ਚੀਜ਼ਾਂ, ਉਹਨਾਂ ਦੇ ਮਗਰ ਮੈਂ ਪਿਆਰਿਆ ਤੇ ਮੈਨੂੰ ਉਹ ਮਿੱਠੀਆਂ ਲੱਗੀਆਂ। ਬਿਖ ਫਲ ਮੀਠ ਮਨ ਬਉਰੇ, ਹੇ ਮੇਰੇ ਕਮਲੇ ਮਨਾ, ਤੂੰ ਜ਼ਹਿਰੀ ਚੀਜ਼ਾਂ, ਜ਼ਹਿਰੀਲੀਆਂ ਚੀਜ਼ਾਂ ਨੂੰ ਮਿਠਾਸ ਕਰਕੇ ਜਾਣਿਆ, ਪਦਾਰਥਾਂ ਨੂੰ, ਦੁਨਿਆਵੀ ਪਦਾਰਥਾਂ ਨੂੰ, 3 ਗੁਣਾਂ ਨੂੰ। ਮਨ ਬਉਰੇ ਚਾਰ ਵਿਚਾਰ ਨਾ ਜਾਣੇ। ਚਾਰ ਹੁੰਦਾ ਸੁੰਦਰ, ਗਾਵੇ ਕੋ ਗੁਣ ਵਡਿਆਈਆਂ, 4 4 ਨਹੀਂ, ਜੇ 4 ਹੋਏਗਾ ਤੇ ਉੱਥੇ ਔਂਕੜ ਲੱਗ ਜਾਏਗਾ। ਸੋ ਇੱਥੇ 4 ਸੋਹਣੀਆਂ, ਸੋਹਣੇ ਵਿਚਾਰਾਂ ਨੂੰ ਤੂੰ ਜਾਣਿਆ ਨਹੀਂ, ਤੇ ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਨ ਤਾਨਿਆ। ਤੇ ਹੁਣ ਕੀ ਹੋਇਆ ਕਿ ਗੁਣਾਂ ਦੇ ਵੱਲੋਂ ਹਟ ਕੇ, I mean you went astray from the qualities, from virtuous deeds, ਤੇ ਜਨਮ ਮਰਨ ਫਿਰ ਤਾਣਿਆ, ਤੇ ਤੂੰ ਜਨਮ ਮਰਨ ਦੇ ਗੇੜ 'ਚ ਪਿਆ ਹੋਇਆ ਮਨਾ। ਐਂਡ ਵੀ ਆਰ ਨਾਟ ਗੈਟਿੰਗ ਇਨਟੂ ਹਾਲੇ ਫॉर ਨਾਓ ਜਨਮ ਮਰਨ, ਕਿਉਂਕਿ ਅਸੀਂ ਇਹਨੂੰ ਛੱਡ ਆਏ ਹੋਏ ਹਾਂ ਕਿ ਬਾਰ-ਬਾਰ ਤੂੰ ਉਸੇ ਫਿਰ ਫਾਤੀ ਫਾਹੇ ਕਊਆ ਕਰੀ ਜਾਣਾ ਪਿਆ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਕਹਿੰਦੇ ਕਿ ਤੈਨੂੰ ਇਸ ਜੁਗਤ ਨਹੀਂ ਆਈ, ਤੈਨੂੰ ਉਹ ਮੋਡਸ ਆਪਰੈਂਡੀ, ਉਹ ਜਿਹੜੀ ਟ੍ਰਿਕ ਸੀਗੀ, ਜਿਹੜੀ ਨਿਚ ਸੀਗੀ ਤੇਰੇ ਰੱਬ ਨੂੰ ਪਾਉਣ ਦੀ, ਉਹ ਨਹੀਂ ਤੇਰੇ ਕੋਲ ਆਈ। ਤੇ ਜਲਤ ਜਾਲ ਜਮ ਫੰਦ ਪੜੇ, ਤ੍ਰਿਸ਼ਨਾ ਵਿੱਚ ਸੜਦੇ ਨੇ, ਤੈਨੂੰ ਹਰ ਵੇਲੇ ਜਮਾਂ ਦਾ ਜਾਲ ਪਿਆ ਰਿਹਾ, ਭਾਵ ਮਾਇਆ ਦਾ ਬੰਧਨ ਪਿਆ ਰਿਹਾ। ਇੱਥੇ ਕਿਧਰੇ ਵੀ ਹਾਲੇ ਤੱਕ ਪੱਥਰ ਦੀ ਗੱਲ ਤੇ ਨਹੀਂ ਆਈ ਨਾ। ਬਿਕ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ। ਜਿੱਦਾਂ ਪਹਿਲੇ ਕਿਹਾ ਸੀਗਾ ਮਨ ਬਿਸਰੇ ਪ੍ਰਭ ਹੀਰੇ, ਇੱਥੇ ਕਹਿੰਦੇ ਨੇ ਬਿਖ ਫਲ ਸੰਚ, ਜ਼ਹਿਰੀਲੇ ਫਲਾਂ ਨੂੰ ਤੂੰ ਸੰਚਦਾ ਰਿਹਾ, ਇਕੱਠੇ ਕਰਦਾ ਰਿਹਾ। ਫਲ ਮੀਨਸ ਪ੍ਰੋਡਕਟਸ, ਵੈਲਿਊਜ਼, ਮਾਇਆ ਦੇ ਮਗਰ ਲੱਗ ਕੇ। ਭਰੇ ਮਨ ਐਸੇ, ਤੇਰੇ ਮਨ ਦੇ ਵਿੱਚ ਇੰਨੀਆਂ ਚੀਜ਼ਾਂ ਭਰੀਆਂ ਗਈਆਂ, ਮਟੀਰੀਅਲ ਅਦਰਨੈਸ ਦੀਆਂ ਤੇ ਆਈਨੈਸ ਦੀਆਂ, ਕਿ ਪਰਮ ਪੁਰਖ ਪ੍ਰਭ ਮਨ ਬਿਸਰੇ। ਉਹ ਜਿਹੜਾ ਰੱਬ ਸੀਗਾ ਉਹ ਤੇਰੇ ਮਨ ਤੋਂ ਵਿਸਰਿਆ ਰਿਹਾ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕਮਏ। ਹੁਣ ਜਿਸ ਗੁਰੂ ਨੇ ਗਿਆਨ ਦਿੱਤਾ ਸੀ, ਗੁਰਬਾਣੀ ਰੂਪੀ ਗਿਆਨ ਜਾਂ ਗੁਰੂ ਦਾ ਗਿਆਨ, ਉਹਦੇ ਵਿੱਚ ਤੇਰੀ ਉਹਦੀ ਸੁਰਤ ਜਿਹੜੀ ਸੀ ਉਹ ਜੁੜੀ ਕੋਈ ਨਹੀਂ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕਮਏ। ਹੁਣ ਕੀ ਹੋਇਆ ਕਿ ਇੱਕਦਮ ਮੈਨੂੰ ਗੁਰੂ ਦੇ ਗਿਆਨ ਦੀ ਸੋਝੀ ਹੋ ਗਈ। ਅਬਾਊਟ ਟਰਨ, ਯੂ ਟਰਨ ਹੋ ਸਕਦਾ ਨਾ ਏਦਾਂ, ਰੀਬੌਰਨ। ਜਦੋਂ ਅਸੀਂ ਰੀਬੌਰਨ ਸਿੱਖ ਕਹਿੰਦੇ ਹਾਂ ਕਿ ਮੈਨੂੰ ਬਾਣੀ ਵੱਜ ਗਈ, ਗੁਰੂ ਦਾ ਉਪਦੇਸ਼ ਸੁਣਿਆ, ਜਦੋਂ ਕੰਨਾਂ ਦੇ ਨਾਲ ਮੈਨੂੰ ਸਮਝ ਆ ਗਈ। ਸੁਣਦਾ ਰੋਜ਼ ਸਾਂ ਪਰ ਅੱਜ ਮੈਨੂੰ ਸਮਝ ਆ ਗਈ, ਅੱਜ ਮੈਨੂੰ ਵੱਜ ਗਈ। ਤੇ ਗੁਰੈ ਧਨ ਦੀ ਅਗਿਆਨ ਮਾਨ ਮਨ ਏਕਮਏ। ਤੇ ਫਿਰ ਮੇਰਾ ਗਿਆਨ ਤੇ ਮੇਰਾ ਮਨ ਜਿਹੜਾ ਸੀ ਉਹ ਪ੍ਰਭੂ ਦੇ ਨਾਲ ਅਭੇਦ ਹੋ ਗਿਆ। ਯਾਨੀ ਕਿ ਮੈਨੂੰ ਪ੍ਰਭੂ ਦੇ ਹੋਂਦ ਦੀ ਸੋਝੀ। ਪਹਿਲੇ ਕੁਝ ਨਹੀਂ ਸਮਝ ਆਇਆ, ਪਰ ਹੁਣ ਮੇਰੇ ਡਾਈਵਰਜਨ ਆ ਗਈ। ਤੇ ਹੁਣ ਕੀ ਹੋਇਆ? ਪ੍ਰੇਮ ਭਗਤ ਮਾਨੀ। ਹੁਣ ਮੈਨੂੰ ਰੱਬ ਜੀ ਦਾ ਪ੍ਰੇਮ ਚੰਗਾ ਲੱਗਾ।
I accepted it, I realized it, ਤੇ ਤ੍ਰਿਪਤ ਅਗਾਨੇ ਮੁਕਤ ਪਏ। ਤੇ ਮੇਰੀ ਜਿਹੜੀ ਲੌਂਗ ਜਿਹੜੀ ਲੈਸਟਿੰਗ ਡਿਜ਼ਾਇਰਸ ਸੀਗੀਆਂ ਰੱਬ ਜੀ ਦੀਆਂ, ਉਹ ਮੈਂ ਅਗਾਈਆਂ ਗਈਆਂ, ਉਹ ਸਾਰੀਆਂ ਸੈਚੂਏਟ ਹੋ ਗਈਆਂ। ਤ੍ਰਿਪਤ ਅਗਾਨੇ ਮੁਕਤ ਪਏ। ਤੇ ਹੁਣ ਮੈਨੂੰ ਜਿਹੜੀ ਮਾਇਆ ਦੇ ਸ਼ੈਕਲਸ ਸਨ, ਮੈਂ ਉਹਨਾਂ ਚੋਂ ਆਪਣੇ ਆਪ ਨੂੰ ਫ੍ਰੀ ਮਹਿਸੂਸ ਕੀਤਾ। ਮੈਂ ਕੋਈ ਟਵਿਸਟ ਤੇ ਨਹੀਂ ਕਰ ਰਿਹਾ ਨਾ ਜੀ। ਮੈਂ ਉਹਨੇ ਪੁੱਛਿਆ ਕਰਨਾ ਸਾਰਿਆਂ ਕੋਲ, ਕਿਉਂਕਿ ਮੈਨੂੰ ਡਰ ਲੱਗਣ ਲੱਗ ਪਿਆ, ਸਾਰੇ ਬਹੁਤ ਸਿਆਣੇ ਹੋ ਗਏ ਨਾ। ਹੁਣ ਅਗਲੀ ਗੱਲ ਕਹਿੰਦੇ ਨੇ ਜੋਤ ਕੀ ਹੋਇਆ। ਹੁਣ ਮੈਨੂੰ ਜਦੋਂ ਮੈਂ ਰੱਬ ਦੀ ਗੱਲ ਸਮਝਣੀ ਸ਼ੁਰੂ ਕਰਤੀ, ਗੁਰੂ ਦੇ ਗਿਆਨ ਦੀ ਮੈਨੂੰ ਸਮਝ ਆ ਗਈ, ਜੋਤ ਸਮਾਏ ਸਮਾਨੀ ਜਾ ਕੇ ਅਛਲੀ ਨਹੀਂ ਅਛਲੀ, ਜਿਹੜਾ ਛਲਿਆ ਨਹੀਂ ਜਾ ਸਕਦਾ, ਉਸ ਰੱਬ ਨੂੰ ਮੈਂ ਪਛਾਣ ਲਿਆ। ਕਿੱਦਾਂ? ਜਦੋਂ ਮੇਰੇ ਅੰਦਰ ਉਹਦੀ ਜੋਤ ਆ ਗਈ, ਮਤਲਬ ਉਹਦਾ ਗਿਆਨ ਮੇਰੇ ਅੰਦਰ ਪ੍ਰਕਾਸ਼ ਹੋ ਗਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਦੋਂ ਇਹ ਹੋ ਗਿਆ ਤੇ ਧੰਨੈ ਧਨ ਪਾਇਆ ਧਰਣੀ ਤਰ, ਮਿਲ ਜਨ ਸੰਤ ਸਮਾਨਿਆ। ਇਹ ਕਨਕਲੂਡਿੰਗ ਲਾਈਨ ਹੈ ਕਿ ਅਛਲੀ ਪਰ ਪਛਾਨਿਆ, ਧੰਨੈ ਧਨ ਪਾਇਆ। ਧੰਨੇ ਨੇ ਰੱਬ ਨੂੰ ਪਾ ਲਿਆ। ਕਿੱਦਾਂ ਪਾਇਆ? ਮਿਲ ਜਨ ਸੰਤ ਸਮਾਨਿਆ। ਸੰਤਾਂ ਨੂੰ, ਸਾਧ ਸੰਗਤ ਦੇ ਵਿੱਚ ਜਾ ਕੇ ਮੈਂ ਉਹਨਾਂ ਨੂੰ ਮਿਲ ਕੇ ਸਮਾਨਿਆ, ਪ੍ਰਭੂ ਦੇ ਵਿੱਚ ਲੀਨ ਹੋ ਗਿਆ, ਗੁਰੂ ਦੇ ਵਿੱਚ ਅਭੇਦ ਹੋ ਗਿਆ, ਗੁਰੂ ਦੇ ਵਿੱਚ ਅਬਜ਼ੌਰਬ ਹੋ ਗਿਆ। ਏਦਾਂ ਨਹੀਂ ਲੱਗਦਾ ਕਿ ਮੇਰੇ ਲਈ ਵੀ ਏਦਾਂ ਹੋ ਸਕਦਾ, ਮੈਂ ਵੀ ਏਦਾਂ ਹੀ ਕੀਤਾ ਹੋਏ। ਜਦੋਂ ਮੈਨੂੰ ਬਾਣੀ ਵੱਜੀ ਤੇ ਮੈਂ ਸਾਧ ਸੰਗਤ ਕੀਤੀ ਤੇ ਮੈਨੂੰ ਬਾਣੀ ਦੀ ਅਸਲੀ ਗੱਲ ਸਮਝ ਆਈ ਤੇ ਮੈਂ ਉਦਾਂ ਕਰ ਲਿਆ। ਇਹ ਸਾਰੇ ਸ਼ਬਦ ਦੇ ਵਿੱਚ ਕਿਧਰੇ ਆਇਆ ਕਿ ਮੈਂ ਪੱਥਰ ਨੂੰ ਪੂਜਿਆ ਤੇ ਮੈਨੂੰ ਰੱਬ ਲੱਭਾ? ਨਹੀਂ ਮਿਲਿਆ ਨਾ। ਅੱਛਾ, ਹੁਣ ਇੱਥੇ ਗੁਰੂ ਸਾਹਿਬ ਦੀ ਕੰਪਾਈਲੇਸ਼ਨ ਟ੍ਰਿਕ ਜਿਹੜੀ ਹੈ, ਨਾਟ ਟ੍ਰਿਕ, ਉਹਨਾਂ ਦੀ ਐਫਰਮੇਸ਼ਨ ਦਾ ਤਰੀਕਾ। ਮੈਨੂੰ ਨਹੀਂ ਯਾਦ ਕਿ ਤੁਸੀਂ ਕਿੰਨੀ ਕੁ ਯਾਦ ਰੱਖਿਆ ਹੋਇਆ ਕੰਪਾਈਲੇਸ਼ਨ। ਦੇयर इज अ ਸਿਸਟਮ ਆਫ ਕੰਪਾਈਲੇਸ਼ਨ ਕਿ ਪਹਿਲੇ ਰਾਗ, ਫਿਰ ਅਸ਼ਟਪਦੀਆਂ, ਪੰਜਪਦੇ, ਬਲਾ ਬਲਾ ਬਲਾ, ਤੇ ਫਿਰ ਭਗਤਾਂ ਦੀ ਬਾਣੀ। ਪਰ ਇੱਥੇ ਜੇ ਤੁਸੀਂ ਇਹਨੂੰ ਨੈਕਸਟ ਕਰੋਗੇ ਨਾ, ਇਹ ਭਗਤ ਬਾਣੀ ਚੱਲ ਰਹੀ ਹੈ ਤੇ ਇਹਦੇ ਅੱਗੇ ਮਹਿਲਾ ਪੰਜਵਾਂ ਹੈ। ਠੀਕ ਹੈ। ਹੁਣ ਮਹਿਲਾ ਪੰਜਵਾਂ ਇੱਥੇ ਆਉਣ ਦਾ ਕੀ ਪਰਪਸ ਹੈ? ਕੀ ਇਹ ਆਊਟ ਆਫ ਕੰਪਾਈਲੇਸ਼ਨ ਹੈ? ਕੋਈ ਸ਼ਬਦ ਰਹਿ ਗਿਆ ਸੀ ਗੁਰੂ ਸਾਹਿਬ ਐਂਟਰ ਕਰ ਰਹੇ? ਨੋ, ਦਿਸ ਇਜ਼ ਦ ਵੇ ਗੁਰਬਾਣੀ ਇਜ਼ ਕੰਪਾਈਲਡ। ਹੁਣ ਉਸ ਸ਼ਬਦ ਦੇ ਵਿੱਚ ਕਲੈਰਿਟੀ ਨਹੀਂ ਮਿਲੀ ਕਿ ਪੱਥਰ ਚੋਂ ਮਿਲਿਆ ਕਿ ਸਾਧ ਸੰਗਤ ਚੋਂ ਮਿਲਿਆ। ਹਾਲੇ ਵੀ ਕਿਉਂਕਿ ਅਸੀਂ ਸੁਣਿਆ ਹੋਇਆ ਪੱਥਰ ਚੋਂ ਮਿਲਿਆ, ਇਸ ਕਰਕੇ ਅਸੀਂ ਕਹਿੰਦੇ ਇਹ ਐਵੇਂ ਮਾਰਦੇ ਆ। ਹੁਣ ਗੁਰੂ ਸਾਹਿਬ ਉਹਨੂੰ ਐਂਡੋਰਸ ਕਰ ਰਹੇ ਆ, ਕਹਿੰਦੇ ਦੇਖੋ, ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਕਹਿੰਦੇ ਭਾਈ ਨਾਮਦੇਵ ਦਾ ਮਨ ਗੋਬਿੰਦ ਦੇ ਵਿੱਚ ਅਭੇਦ ਹੋ ਗਿਆ। ਕੀ ਕਰਦਾ ਸੀ ਕੀ ਨਹੀਂ, ਇਹ ਗੱਲ ਨਹੀਂ ਕਰ ਰਹੇ। ਉਹਦੀ ਇੱਕ ਆਸਪੈਕਟ ਲੈ ਰਹੇ ਨੇ ਜ਼ਿੰਦਗੀ ਦਾ ਕਿ ਨਾਮਦੇਵ ਵੀ ਜਦੋਂ ਰੱਬ ਦੇ ਨਾਂ ਦੇ ਵਿੱਚ ਭਿੱਜ ਗਿਆ ਤੇ ਆਂਟ ਦਾਮ ਕੋ ਛੀਪਰੋ ਹੋਇਓ ਲਾਖੀ ਨਾ। ਕਹਿੰਦੇ ਛੀਂਬਾ ਸੀਗਾ, ਕੱਪੜੇ ਛਾਪਦਾ ਸੀ ਤੇ ਵਿਚਾਰਾ ਗਰੀਬ ਆਦਮੀ ਸੀ। ਅੱਡੀ ਆਂਟ ਦਾਮ ਧੇਲਾ ਮੁੱਲ ਸੀ ਉਹਦਾ, ਜਿੱਦਾਂ ਹੁੰਦਾ ਨਾ ਵਰਦੀ ਆਫ 50 ਸੈਂਟਸ, ਤੇ ਹੋਇਓ ਲਾਖੀ ਨਾ। ਇਹ ਰਹਾਓ ਹੈ ਤੇ ਉਹ ਲੱਖਾਂ ਦਾ ਹੋ ਗਿਆ। ਲੱਖਾਂ ਦਾ ਮਤਲਬ ਇਹ ਕਿ ਉਹਦੀ ਕੀਮਤ ਪੈ ਗਈ। ਮੀਨਸ ਇਹ ਮੈਟਾਫਰ ਹੈ, ਸਮਝ ਆਉਂਦੀ ਹੈ ਨਾ ਗੱਲ, ਹੈ ਨਾ? ਅੱਛਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀ। ਰੈਫਰੈਂਸ ਦੇ ਰਹੇ ਨੇ ਸਿਰਫ ਬਾਕੀ ਭਗਤਾਂ ਦੇ, ਸਾਰੇ ਕੰਟੈਂਪਰੇਰੀ ਨੇ ਉਸ ਵੇਲੇ।
ਬੁੰਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਜੁਲਾਇਆ ਸੀ, ਉਹਨੇ ਬੁੰਨਣੇ ਤੰਨੇ ਵਿੱਚੋਂ ਜਿਹੜਾ ਖੱਚਤ ਹੋਇਆ ਦਾ ਸੀ, ਐਬਜ਼ੌਰਬਡ ਸੀ, ਉਧਰੋਂ ਧਿਆਨ ਹਟਾ ਕੇ ਪ੍ਰੀਡੋਮੀਨੈਂਟਲੀ ਆਪਣਾ ਫੋਕਸ ਜਿਹੜਾ, ਇਹ ਨਹੀਂ ਕਿ ਉਹਨੇ ਆਪਣੀ ਮਿਹਨਤ ਛੱਡਤੀ, ਉਹਨੇ ਮਿਹਨਤ ਕਰਦਾ ਰਿਹਾ, ਪਰ ਉਹਨੇ ਆਪਣਾ ਫੋਕਸ ਜਿਹੜਾ ਸੀ ਉਹ ਬਦਲ ਲਿਆ ਤੇ ਉਹਨੇ ਚਰਨਾਂ ਦੇ ਵਿੱਚ, ਚਰਨ ਕਿਹੜੇ ਨੇ ਗੁਰੂ ਦੇ? ਸ਼ਬਦ ਸ਼ਬਦ। ਮਾਈ ਚਰਨ ਗੁਰ ਮਿੱਠੇ। ਹੁਣ ਨਹੀਂ ਤੇ ਜੇ ਪੈਰ ਨੂੰ ਅਸੀਂ ਚਰਨ ਮੰਨੀਏ ਤੇ ਉਹ ਮਿੱਠੇ ਤੇ ਕੌੜੇ ਕਿੱਥੋਂ ਹੋ ਗਏ? ਵੀ ਮਿੱਟੀ ਲੱਗੀ ਹੈ ਤੇ ਨਹੀਂ ਮਿੱਟੀ ਲੱਗੀ। ਸੋ ਸ਼ਬਦ ਗੁਰੂ ਦੇ ਚਰਨ ਨੇ। ਸੋ ਕਹਿੰਦੇ ਵੀ ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਬੀਰ ਜੀ ਨੇ ਮਾਲਕ ਦੇ ਚਰਨਾਂ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ, ਗੁਰਬਾਣੀ ਦੇ ਵਿੱਚ ਪਿਆਰ ਪਾ ਲਿਆ। ਤੇ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਦਵੇ ਹੋਇਓ ਲਾਖੀਣਾ ਨਾਮਦੇਵ, ਤੇ ਇਹ ਵੀ ਨੀਵੀਂ ਕੁਲ ਦਾ ਸੀਗਾ, ਜੁਲਾਹਾ ਸੀ, ਤੇ ਭਇਓ ਗੁਣੀ ਗਹੀਰਾ, ਗੁਣਾ ਦਾ ਖਜ਼ਾਨਾ ਬਣ ਗਿਆ। ਗੁਰਬਾਣੀ ਦਾ ਜਦੋਂ ਉਹ ਪਿਆਰ ਪਿਆ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਹੁਣ ਰਵਿਦਾਸ ਜੀ ਵੀ ਦਾ ਆ ਗਏ ਵਿੱਚ, ਵੀ ਉਹ ਚਮਿਆਰ ਸਨ, ਉਹ ਡੰਗਰ ਢੋਂਦੇ ਸਨ, ਤੇ ਕਹਿੰਦੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹਨੇ ਵੀ ਮਾਇਆ ਦਾ ਤਿਆਗ ਕਰ ਦਿੱਤਾ ਤੇ ਫੋਕਸ ਜਦੋਂ ਬਾਣੀ ਵਾਲੇ ਪਾਸੇ ਕੀਤਾ, ਗਿਆਨ ਵਾਲੇ ਪਾਸੇ ਕੀਤਾ, ਤੇ ਉਹ ਸਾਧ ਸੰਗਤ ਦੇ ਵਿੱਚ ਆਬਵੀਏਟ ਹੋ ਗਿਆ, ਐਪਾਰੈਂਟ ਹੋ ਗਿਆ, ਪੌਪ ਅਪ ਕਰ ਗਿਆ। ਹਰ ਦਰਸ਼ਨ ਪਾਇਆ, ਉਹਨੂੰ ਹੀ ਰੱਬ ਜੀ ਦੇ ਦਰਸ਼ਨ ਹੋ ਗਏ। ਐਂਡ ਵੀ ਨੋ ਇਟ ਕਿ ਰੱਬ ਦਾ ਦਰਸ਼ਨ ਜਿਹੜਾ ਹੈ ਉਹ ਕੀ ਹੈ। ਫਿਰ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਚੌਥਾ ਭਗਤ ਸੈਨ ਨਾਈ, ਔਰ ਇਹ ਸਾਰੇ ਡਿਫਰੈਂਟ ਕੰਟੀਨੈਂਟਸ ਦੇ ਵਿੱਚ ਰਹਿੰਦੇ ਪਏ ਨੇ, ਇੰਡੀਆ ਦੇ ਵਿੱਚ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹੁਣ ਜਿਹੜਾ ਨਾਈ ਸੀ, ਜਿਹੜਾ ਉਹ ਵੀ ਘਰ ਘਰ ਉਹਦੀ ਵੀ ਚਰਚਾ ਹੋ ਗਈ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਹੁਣ ਉਹਨੇ ਵੀ ਆਪਣੇ ਮਨ ਦੇ ਵਿੱਚ ਮਾਈ ਚਰਨ ਗੁਰਮੀਠੇ ਕੀਤੇ, ਗੁਰਬਾਣੀ ਨਾਲ ਪਿਆਰ ਪਾਇਆ, ਰੱਬ ਜੀ ਦੇ ਨਾਲ ਪਿਆਰ ਪਾਇਆ, ਤੇ ਉਹਦੀ ਗਿਣਤੀ ਭਗਤਾਂ ਦੇ ਵਿੱਚ ਹੋ ਗਈ। ਹੈਗਾ ਸੀ ਬੁਤਕਾਰੀਆ, ਬੁੱਤੀਆਂ ਕਰਦਾ ਸੀ। ਠੀਕ ਹੈ ਜੀ। ਬੁਤਕਾਰੀਆ ਇਜ਼ ਕੀ ਕਹਿੰਦੇ ਉਹਨੂੰ, ਨਾਈ, ਹਾਂ ਬਾਰਬਰ। ਸੈਨ ਨਾਈ, ਤੇ ਨਾਲੇ ਉਹ ਨਾ ਉਹ ਕਰਦਾ ਸੀ ਝਟਕਾ, ਬੁੱਤੀਆਂ ਪਰ ਨੂੰ I have to find out, sorry। ਉਹ ਕਹਿ ਰਿਹਾ ਕਿ ਬੁੱਤੀਆਂ ਕਰਨ ਵਾਲਾ। ਹਾਂ ਨਹੀਂ ਉਹ ਤੇ ਹੈ, ਬਟ we have to, ਨਾ ਮਜ਼ਦੂਰੀ ਦੇ ਨਿੱਕੇ ਮੋਟੇ ਕੰਮ ਕਰਨਾ, ਨਿੱਕੇ ਮੋਟੇ ਕੰਮ ਕਰਨ ਵਾਲਾ। ਜਾਂ ਨਾਈ ਕੀ ਕਰਦੇ ਨੇ ਯਾਰ, ਚੋਰਸ ਕਰਦੇ ਨੇ ਨਾ ਪਿੰਡਾਂ ਦੇ ਵਿੱਚ। Okay, well, we can find out, but whatever the title is, ਤੇ ਕਹਿੰਦੇ ਵੀ ਇਹ ਚਾਰ ਭਗਤ ਹੋਏ ਨੇ, ਨਾਮਦੇਵ, ਕਬੀਰ, ਰਵਿਦਾਸ ਤੇ ਸੈਣ। ਹੁਣ ਇਹਨਾਂ ਚਾਰਾਂ ਭਗਤਾਂ ਚ ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਦੀ ਤਾਰੀਫ ਸੁਣੀ ਤੇ ਇਹ ਬਿਧ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਜੱਟ ਵੀ ਜਿਹੜਾ ਸੀ ਉਹਨੇ ਸੁਣਿਆ ਇਹਨਾਂ ਸਾਰਿਆਂ ਨੂੰ। Thus, having heard all this about them, ਜੱਟ ਵੀ ਜਿਹੜਾ ਸੀ ਉਹ ਉਹਨਾਂ ਦੇ ਗੱਲ ਸੁਣ ਕੇ, ਉਹਨਾਂ ਦੀ ਤਾਰੀਫ ਸੁਣ ਕੇ, ਉਹਨਾਂ ਦਾ ਮੋਡਸ ਆਪਰੈਂਡੀ ਸੁਣ ਕੇ ਕਿ ਉਹ ਕਿੱਥੇ ਪਹੁੰਚ ਗਏ, ਕਿੱਥੇ ਸੀਗੇ, ਉਠ ਭਗਤੀ ਲਾਗਾ। ਤੇ ਕਹਿੰਦੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉਹਨੇ ਵੀ ਭਗਤੀ ਕਰਨੀ ਸ਼ੁਰੂ ਕੀਤੀ, ਉਹਨੇ ਵੀ ਗੁਰਬਾਣੀ, ਗੁਰਚਰਨ, ਸਾਧ ਸੰਗਤ ਉਹਦੇ ਚ ਪਿਆਰ ਪਾਇਆ, ਕਿਉਂਕਿ ਸਾਰੀ ਮੋਡਸ ਆਪਰੈਂਡੀ ਇਹੀ ਹੈ। ਤੇ ਉਹਨੇ ਵੀ ਭਗਤੀ ਕਰਨੀ ਸ਼ੁਰੂ ਕੀਤੀ ਤੇ ਉਹਨੂੰ ਰੱਬ ਜੀ ਮਿਲ ਗਏ। ਇਹ ਗੁਰੂ ਸਾਹਿਬ ਨੂੰ ਕਿਉਂ ਲੋੜ ਪਈ ਹੈ ਕਹਿਣ ਦੀ? ਕਿਉਂਕਿ ਉਹਨਾਂ ਨੇ ਕਿਹਾ ਸੀਗਾ, ਭਗਤ ਧੰਨਾ ਜੀ ਨੇ, ਮਿਲ ਜਨ ਸੰਤ ਸਮਾਨਿਆ। ਇਹ ਜਿਹੜਾ ਤਰੀਕਾ ਹੈ ਇਹ ਬਾਣੀ ਦੇ ਵਿੱਚ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਬਹੁਤ ਵਾਰੀ ਆਇਆ ਹੈ, ਮੋਰ ਦੈਨ ਵੰਸ।
Yeah. ਮੈਨੂੰ ਇੱਕ ਯਾਦ ਆ ਗਈ ਗੱਲ, ਉਹ ਹੈਗਾ ਕਿ ਫਰੀਦਾ ਪਾੜ ਪਟੋਲਾ ਧੱਜ ਕਰੀ, ਕਹਿੰਦੇ ਮੈਂ ਜਿਹੜਾ ਪਟੋਲਾ ਪਾਇਆ ਨਾ, ਸੋਹਣਾ ਕੱਪੜਾ, ਇਹਨੂੰ ਮੈਂ ਪਾੜ ਦਿਆਂ ਤੇ ਕੰਬਲੜੀ ਪਹਿਰਿਓ ਤੇ ਮੈਂ ਆਪਣੇ ਆਪ ਤੇ ਮਾਮੂਲੀ ਜੀ ਕੰਬਲ ਲੈ ਲਵਾਂ, ਤੇ ਜਿੰਨੀ ਵੇਸੀ ਸ਼ੌ ਮਿਲੇ ਸੋਈ ਵੇਸ ਕਰਿਓ। ਤੇ ਜਿਹੜੇ ਕੱਪੜੇ ਪਾ ਕੇ ਮੈਨੂੰ ਰੱਬ ਮਿਲਦਾ ਹੈ ਨਾ, ਮਤਲਬ ਹਲਕੇ ਕੱਪੜੇ ਪਾ ਕੇ, ਤੇ ਮੈਂ ਉਹੀ ਕੱਪੜੇ ਪਾ ਲਵਾਂ। ਤੇ ਮਹਿਲਾ ਤੀਜਾ ਅੱਗੇ ਨੈਕਸਟ ਸ਼ਲੋਕ ਦੇ ਵਿੱਚ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਕਿਉਂ ਪਾੜਦੀ ਹੈ ਪਟੋਲਾ, ਕਿਉਂ ਕੰਬਲ ਲੈਣੀ ਹੈ? ਫਰੀਦਾ ਘਰ ਬੈਠਿਆਂ ਸ਼ੌ ਪਾਈ ਹੈ, ਜੇ ਨੀਅਤ ਰਾਸ ਕਰੇ। ਕਹਿੰਦੇ ਤੇਰੀ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਤੂੰ ਇਹ ਬਾਹਰ ਦੇ ਕੱਪੜਿਆਂ ਦੇ ਵਿੱਚ ਕਿਉਂ ਪਹਿਨਣਾ? ਤੇ ਗੁਰੂ ਨਾਨਕ ਨੇ ਪਹਿਲੇ ਕਿਹਾ ਹੋਇਆ ਸੀਗਾ ਕਿ ਛੋਡੋ ਵੇਸ ਭੇਖ ਚਤਰਾਈ ਦੁਬਦਾਏ ਫਲ ਨਹੀਂ ਜੀ। ਏਦਾਂ ਸਾਨੂੰ ਗੁਰੂ ਸਾਹਿਬ ਦੀ ਕੰਪਾਈਲੇਸ਼ਨ ਸਿਸਟਮ ਨੂੰ ਸਮਝਣਾ ਪਏਗਾ। ਤੇ ਸਾਡੇ ਭੁਲੇਖੇ ਜਿਹੜੇ ਹੁਣ, ਜੇ ਭਗਤ ਧੰਨਾ ਜੀ ਨਹੀਂ ਕਹਿ ਰਹੇ ਤੇ ਗੁਰੂ ਸਾਹਿਬ ਉਹਦੀ ਐਂਡੋਰਸਮੈਂਟ ਕਰ ਰਹੇ ਨੇ, ਤੇ ਅਸੀਂ ਕਿਉਂ ਕਹਿ ਰਹੇ ਹਾਂ ਕਿ ਉਹਨਾਂ ਨੇ ਪੱਥਰ ਚੋਂ ਲੱਭਿਆ? ਉਹਨਾਂ ਦਾ ਬਿਲੀਫ ਹੈ, ਉਹਨਾਂ ਦਾ ਫੇਥ ਹੈ। ਫਿਰ ਅਸੀਂ ਮਤਲਬ ਸਾਨੂੰ ਜਾਗਰੂਕ ਹੋਣ ਦੀ ਲੋੜ ਕੋਈ ਨਹੀਂ। ਅਸੀਂ ਵੀ ਤੇ ਕਲਾਸਾਂ 'ਚ ਏਦਾਂ ਹੀ ਆਏ ਆ ਨਾ, ਉਹ ਉੱਥੇ ਕਲਾਸ 'ਚ ਚਲੀਏ, ਬੜਾ ਗਿਆਨ ਮਿਲਦਾ ਹੈ, ਬੜੀ ਭਸੂੜੀ ਪੈਂਦੀ ਹੈ, ਚਲੋ ਚਲੀਏ, ਅਸੀਂ ਇੱਥੇ ਆ ਗਏ। ਸੋ ਏਦਾਂ ਭਗਤ ਜਨਾਂ ਨੇ ਵੀ ਏਦਾਂ ਹੀ ਲੱਭਿਆ ਹੋਏਗਾ। Does it make sense? ਸਾਨੂੰ ਬੋਟਮ ਲਾਈਨ, ਸਾਨੂੰ ਗੁਰਬਾਣੀ ਦੇ ਵਿੱਚੋਂ ਫੇਥ, ਬਿਲੀਫ ਔਰ ਡਿਸਬਿਲੀਫ ਦਾ ਨਿਸਤਾਰਾ ਕਰਨਾ ਪਏਗਾ। ਅਸੀਂ ਐਵੇਂ ਹੀ ਨਹੀਂ ਕਹਿ ਸਕਦੇ ਕਿ ਹਾਂਜੀ ਚਲੋ ਫੇਥ ਹੋਏ। ਹੁਣ ਪ੍ਰੋਬਲਮ ਕੀ ਹੈ ਕਿ ਅਸੀਂ ਇਸ ਤਰ੍ਹਾਂ ਸੁਣਿਆ ਹੋਇਆ, ਬਾਣੀ ਅਸੀਂ ਪੜ੍ਹੀ ਨਹੀਂ ਹੋਈ। ਨੋ ਆਫੈਂਸ, ਸੁਣੀ ਸੁਣਾਈ ਗੱਲ ਤੇ ਅਸੀਂ ਇੰਨਾ ਸਾਡੇ ਅੰਦਰ ਵੜੀ ਹੋਈ ਹੈ ਕਿ ਬਾਣੀ ਦੀ ਜਿਹੜੀ ਗੱਲ ਹੈ ਉਹ ਸਾਨੂੰ ਡਿਸਬਿਲੀਫ ਲੱਗਦੀ ਹੈ। ਸੋ ਜਿਹੜੀ ਗੱਲ ਸੀਗੀ ਕਿ ਕੰਪਾਈਲੇਸ਼ਨ ਸਿਸਟਮ, ਉਹ ਸਾਨੂੰ ਇਹਦਾ ਪਤਾ ਹੋਣਾ ਚਾਹੀਦਾ ਕਿ ਵਿਚਕਾਰ ਕਿੱਦਾਂ ਆ ਜਾਂਦੇ ਨੇ। ਇਸੇ ਤਰ੍ਹਾਂ ਇੱਕ ਹੋਰ ਵੀ ਸ਼ਬਦ ਹੈਗਾ ਪੰਜਵੇਂ ਪਾਤਸ਼ਾਹ ਦਾ, ਮਹਿਲਾ ਪੰਜਵਾਂ ਕਰਕੇ, ਤੰਨੇ ਸੇਵਿਆ ਬਾਲ ਬੁੱਧ, ਸੌਰੀ, ਤੰਨੇ ਸੇਵਿਆ ਬਾਲ ਬੁੱਧ, ਗੁਰੂ ਅਰਜਨ ਦੇਵ ਜੀ ਦਾ। ਤੰਨੇ ਸੇਵੇ ਬਾਲ ਬੁੱਧ ਹੋਏਗਾ, ਮੈਂ ਉਹ ਨਹੀਂ ਮੈਨੂੰ ਪਤਾ। ਮੈਂ ਕੁਛ ਹੋਰ ਯਾਦ ਕਰ ਰਿਹਾ ਸੀ। ਬਾਲ ਬੁੱਧ ਪਾਇਓ, ਬਾਲ ਬੁੱਧ ਹਰ ਰੇ ਕੇ ਧਨ ਰੇ, ਕਿ ਬੱਚੇ ਦੀ ਬੁੱਧੀ ਤੋਂ ਤੁਹਾਨੂੰ ਲੱਭ ਮੀਨਸ ਕਿ ਜੇ ਤੁਸੀਂ ਆਪਣੇ ਆਪ ਨੂੰ ਇਰੇਜ਼ ਕਰ ਲਓ ਆਪਣੀਆਂ ਸਾਰੇ ਬਿਲੀਵਸ, ਪਾਇਓ ਬਾਲ ਬੁੱਧ ਸੁਖ ਰੇ, ਹਰ ਰੇ, ਧਨ ਰੇ, ਸਮਥਿੰਗ ਏਦਾਂ ਹੈਗਾ। ਸੋ ਭਾਈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਐਵੇਂ ਬਿਲੀਫ ਤੇ ਡਿਸਬਿਲੀਫ 'ਚ ਨਾ ਪਵੋ। ਜੇ ਗੁਰੂ ਨਾਨਕ ਦੀ ਫਿਲਾਸਫੀ ਨਹੀਂ ਸਮਝ ਆਉਂਦੀ ਤੇ ਉਹਨੂੰ ਦੁਬਾਰਾ ਪੜ੍ਹੋ, ਉਹਨੂੰ ਦੁਬਾਰਾ ਪੜ੍ਹੋ, ਗੋ ਟਾਈਮ ਐਂਡ ਅਗੇਨ till you get the hang of it। ਨਹੀਂ ਤੇ ਤੁਸੀਂ ਆਪਣੇ ਪਿਓ ਦੇ ਨਾਲ ਅਨਜਸਟਿਸ ਕਰੋਗੇ। ਜੇ ਮੈਂ ਆਪਣੇ ਪਿਓ ਦੀ ਫਿਲਾਸਫੀ ਨੂੰ ਨਹੀਂ ਮੰਨਦਾ ਤੇ ਮੈਂ ਉਹਦੇ ਨਾਲ ਅਨਜਸਟਿਸ ਕਰਾਂਗਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਇਦਾਂ ਹੀ ਕਹਿਤਾ ਹੋਣਾ, ਇਹ ਤੇ ਵਿਚਕਾਰ ਇਦਾਂ ਹੈਗਾ। ਨਹੀਂ, ਇੱਕ ਫਿਲਾਸਫੀ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ। ਇਹ ਮੇਰੇ ਪਿਓ ਦੀ ਫਿਲਾਸਫੀ ਹੈ। I would say that। ਇਸ ਦਾ ਮਤਲਬ ਵਿੱਚ ਜਿਹੜਾ ਅਸੀਂ ਗੁਰਦੁਆਰੇ ਹੁਣ ਤੱਕ ਇੰਨੀ ਉਮਰ ਤੱਕ ਜਾਂਦੇ ਰਹੇ, ਮੱਥਾ ਟੇਕਦੇ ਰਹੇ, ਕੀਰਤਨ ਸੁਣਦੇ ਰਹੇ, ਤੇ ਉਹ ਜ਼ੀਰੋ ਤੇ ਆ ਗਏ ਬਿਲਕੁਲ ਹੀ, ਕਿਉਂਕਿ ਸੁਣਿਆ ਕੁਝ ਹੋਰ ਤੇ। I don't say that। No, I don't say that। ਜੇ ਤੁਸੀਂ ਉਹ ਨਾ ਗਏ ਹੁੰਦੇ, ਹਰ ਇੱਕ ਦੀ ਆਪਣੀ ਆਪਣੀ ਜਰਨੀ ਹੈ। ਜੇ ਤੁਸੀਂ ਉਹ ਨਾ ਕੀਤਾ ਹੁੰਦਾ
ਤੇ ਤੁਸੀਂ ਇੱਥੇ ਬੈਠੇ ਹੀ ਨਾ ਹੁੰਦੇ, ਮੈਂ ਇਦਾਂ ਲਵਾਂਗਾ ਉਹਨੂੰ। ਠੀਕ। ਮਾਲਕ ਨੇ ਅੱਜ ਰਹਿਮਤ ਕਰਨੀ ਸੀ, ਹੁਣ ਰਹਿਮਤ ਕਰਨੀ ਸੀ, ਪਹਿਲੇ ਰਹਿਮਤ ਕਰਨੀ ਸੀ, ਹਾਲੇ ਨਹੀਂ ਕੀਤੀ, ਅੱਗੇ ਕਰੇਗਾ। ਇਹ ਸਾਰੀ ਰੱਬ ਦੀ ਖੇਡ ਹੈ, ਮੈਨੂੰ ਨਹੀਂ ਪਤਾ। ਪਰ ਮੈਂ 1 ਮਿੰਟ 'ਚ ਬਿਲੀਫ, ਡਿਸਬਿਲੀਫ ਤੇ ਉਸ ਤੋਂ ਬਾਅਦ ਜ਼ੀਰੋ। ਦੇਖੋ ਕਿੰਨੀ ਛੇਤੀ ਕਰਦਾ ਮੈਂ, ਨੰਬਰ ਕਿੰਨੀ ਛੇਤੀ ਦਿੰਦਾ। ਆਈ ਬਿਲੀਵ ਇਟ, ਨੰਬਰ ਦੇ ਦਿੱਤਾ। ਆਈ ਡਿਸਬਿਲੀਵ ਇਟ, ਕ੍ਰਾਸ ਆਊਟ ਕਰਤਾ ਤੇ ਆਪਣੇ ਆਪ ਨੂੰ ਜ਼ੀਰੋ ਆਊਟ ਕਰਤਾ। ਕਿਉਂ? ਕੀ ਉਹਦੀ ਮਿਹਰ ਨਹੀਂ ਸੀ ਕਿ ਮੈਂ ਗੁਰਬਾਣੀ ਸੁਣਦਾ ਰਿਹਾ? ਹੁਣ ਮੈਨੂੰ ਗੁਰਬਾਣੀ, ਉਹੀ ਗੁਰਬਾਣੀ ਜਿਹਨੂੰ ਮੈਂ ਸੁਣਿਆ ਸੀ, ਉਹ ਮੈਨੂੰ ਜਦੋਂ ਲਗਾ ਮਾਤਰਾ ਦਿਖਦੀਆਂ ਨੇ ਤੇ ਮੈਂ ਕਹਿੰਦਾ ਓਏ ਇਹ ਤੇ ਮੈਂ ਨਹੀਂ ਬਦਲ ਗਏ। ਕਿਉਂਕਿ ਹੁਣ ਮੈਨੂੰ ਲਗਾ ਮਾਤਰਾ ਦੀ ਸਮਝ ਆਈ ਹੈ, ਮੈਨੂੰ ਉਚਾਰਨ ਦੀ ਸਮਝ ਆਈ ਹੈ। ਬਜਾਏ ਇਸ ਦੇ ਕਿ ਮੈਂ ਥੈਂਕਫੁਲਨੈਸ ਦਾ ਪੱਲਾ ਨਾ ਛੱਡਾਂ, ਮੈਂ ਫਟਾਫਟ ਜੱਜ ਬਣ ਜਾਂਦਾ। ਕਿਸੇ ਲਈ ਤੇ ਆਪਣੇ ਲਈ ਵੀ। Isn't it? जे वाट हमारी खड़ी उडीनी, खन्यो तिखी बड़ी पीनी। बड़ी पतली है मेरी वाट, तिस ऊपर है मार्ग मेरा। कौ फरीद संभाल सवेरा, मौका संभाल। बेड़ा बंध न सक्यो बंधन की बेला, भार फरीजी दा ही है। भार सरवर जब उछले तब तरन दुहेला। एक पासे हैगा कि फरीजी दा बेड़ा बंध ना सकियो, ते एक हैगा बेड़े दी किसी गुरु हस्ती दा शब्द है, भाई यही मौका है जे तू बन लिया ते The author. ਇਹ ਤੇਰੀ ਔਸਰ ਹੈ ਤੇਰੀ Yes, yes, yeah. नहीं नहीं, बेड़ा 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 शब्द है बेड़ा क्या? का बांधे, बेड़ा का बंद। जप तप का बंद बेड़ला, जित लंघे वहेला। ਹੁਣ ਦੇਖੋ ਇਹ ਵੀ ਇਹ ਕਨਸੀਕੁਐਂਟ ਨਹੀਂ ਹੈ, ਉਹਦੇ ਨਾਲ ਉਸ ਸ਼ਬਦ ਦੇ ਬਾਅਦ ਨਹੀਂ ਹੈ, ਪਰ ਕਿਧਰੇ ਹੋਰ ਸ਼ਬਦ ਅੰਕਿਤ ਹੈ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਨਾ ਤਰਵਰ ਨਾ ਉਛਲੇ, ਐਸਾ ਪੰਥ ਸੁਹੇਲਾ। ਉਹਦੇ ਚ ਇਹ ਹੈ। ਤੇ ਫਰੀਜੀ ਕਹਿੰਦੇ ਨੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਬੇੜਾ ਜਿਹੜੇ ਟਿੰਬਰ ਮਰਚੈਂਟਸ ਹੁੰਦੇ ਸਨ ਪੁਰਾਣੇ ਜ਼ਮਾਨੇ 'ਚ, ਲੱਕੜੀ ਦੀ ਟਰਾਂਸਪੋਰਟੇਸ਼ਨ ਉਹ ਬੇੜੇ ਦੇ ਨਾਲ ਕਰਦੇ ਸਨ। ਬੋਟ ਨਹੀਂ ਹੁੰਦੀ, ਉਹ ਸ਼ਤੀਰੀਆਂ ਹੁੰਦੀਆਂ ਨੇ, ਲੌਗਸ, ਤੇ ਉਹ ਦਰਿਆ ਦੇ ਵਿੱਚ ਬੰਨ੍ਹ ਕੇ ਉਹ ਰੇੜ ਦਿੰਦੇ ਨੇ। ਉੱਤੇ ਉਹਨਾਂ ਦੇ ਮਾਰਕਾ ਲੱਗਿਆ ਹੁੰਦਾ, ਜਿੱਥੇ ਉਹਨੇ ਜਾਣਾ ਹੁੰਦਾ ਦਰਿਆ ਨੇ, ਉੱਥੋਂ ਜਿਹੜਾ ਨੈਕਸਟ ਵਪਾਰੀ ਹੈ ਉਹ ਉਹਨੂੰ ਚੁੱਕ ਲੈਂਦਾ। ਤੇ ਇਹ ਟਿੰਬਰ ਮਰਚੈਂਟ ਤੇ ਸਾਰਾ ਮੋਡਸ ਆਪਰੈਂਡੀ ਹੁੰਦਾ ਸੀ। ਤੇ ਹੁਣ ਫਰੀਜੀ ਕਹਿੰਦੇ ਨੇ ਕਿ ਬੇੜਾ ਬੰਦ ਨਾ, ਹੁਣ ਕੀ ਹੋਏਗਾ ਜੇ ਮੈਂ ਬੰਨਿਆ ਨਾ ਹੋਵੇ ਬੇੜਾ, ਤੇ ਲੱਕੜੀਆਂ ਜਿਹੜੀਆਂ ਲੌਗਸ ਜਿਹੜੀਆਂ ਨੇ ਉਹ ਸਾਰੀਆਂ ਸਕੈਟਰਡ ਹੋ ਜਾਣਗੀਆਂ, ਹੈਪੈਜ਼ਡ ਹੋ ਜਾਏਗਾ। ਤੇ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਟਾਈਮ ਸੀਗਾ ਮੈਂ ਉਦੋਂ ਕੀਤਾ ਨਹੀਂ, ਤੇ ਭਾਰਤ ਸਰਵਰ ਜਬ ਉਛਲੇ, ਹੁਣ ਜਦੋਂ ਸਟੋਰਮ ਆ ਗਿਆ ਦਰਿਆ ਦੇ ਵਿੱਚ, ਤੇ ਤਬ ਤਰਨ ਦੁਹੇਲਾ। ਹੁਣ ਤੈਰ ਨਹੀਂ ਸਕਦੇ ਅਸੀਂ, ਹੁਣ ਕਿੱਦਾਂ ਬੰਨਾਂਗੇ? ਮੀਨਸ ਕਿ ਮੈਂ ਵਿਕਾਰਾਂ ਦੇ ਵਿੱਚ ਪੈ ਕੇ ਇੰਪਲੀਕੇਸ਼ਨ, ਕਿਉਂਕਿ ਅਸੀਂ ਗੁਰਬਾਣੀ ਨੂੰ ਇੰਪਲੀਕੇਟਿਵ ਲੈਂਦੇ ਹਾਂ। ਮੈਂ ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ, ਆਪਣੀ ਵਿਮਸ ਦੇ ਮਗਰ ਲੱਗ ਕੇ, ਵਿਮਜ਼ੀਕਲ ਹੋ ਕੇ ਮੈਂ ਸਾਰਾ ਕੁਝ ਕਰਦਾ ਰਿਹਾ, ਸਾਰੀ ਉਮਰ ਕਰਦਾ ਰਿਹਾ। ਤੇ ਹੁਣ ਜਦੋਂ ਉਹਨਾਂ ਦੀ ਅੱਤ ਹੋ ਗਈ ਹੈ ਮੇਰੇ ਅੰਦਰ, ਤੇ ਹੁਣ ਮੇਰੇ ਲਈ ਔਖਾ ਹੈ ਤਰਨਾ। ਹੁਣ ਮੈਂ ਕਹਿੰਦਾ ਕਿ ਮੈਂ ਕੀ ਕਰਾਂ। ਇਹੀ ਉਹ ਕਹਿੰਦੇ ਨੇ ਜਿਹੜੇ ਪਾਤਸ਼ਾਹ, ਜਿੱਥੇ ਵੀ ਬੇੜਾ ਜਪ ਤਪ ਦਾ ਬੰਦ ਬੇੜਲਾ, ਜਪ ਤਪ ਦਾ ਬੇੜਾ ਬੰਨ ਲੈ, ਜਪ ਤਪ ਦਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਤਾਂ ਕਿ ਤੂੰ ਸੌਖਾ ਲੰਘ ਜਾਏ, ਨਾ ਤਰਵਰ ਨਾ ਉਛਲੇ, ਫਿਰ ਤੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੋਣੀ, ਐਸਾ ਪੰਥ ਸੁਹੇਲਾ।
ਬਾਣੀ ਇੰਨੀ ਪਿਆਰੀ ਲੱਗਦੀ ਹੈ ਜਦੋਂ ਤੁਸੀਂ ਬਾਣੀ ਦੀ ਗੁਰੂ ਦੀ ਐਨਕ ਦੇ ਨਾਲ ਬਾਣੀ ਨੂੰ ਸਮਝਦੇ ਹੋ। ਸੀ ਅੱਛਾ, ਇਸੇ ਤਰ੍ਹਾਂ ਹੀ ਜਦੋਂ ਭਾਈ ਗੁਰਦਾਸ ਜੀ ਦੀ ਉਹ ਪੜ੍ਹੋਗੇ, ਫਿਰ ਬਾਬਾ ਗਿਆ ਬਗਦਾਦ ਨੂੰ। ਤੁਸੀਂ ਉਹ ਇੱਕ ਟੌਪਿਕ ਹੈ ਪੂਰਾ ਵੈਸੇ ਤੇ, ਉਹ ਜਿਹੜਾ ਸਿਆਹ ਤੋਂ ਬਾਬਾ ਨਾਨਕ ਫਕੀਰ, ਉਹਦੀ ਕਦੀ ਗੱਲ ਕਰਾਂਗੇ ਗੁਰੂ ਭਲੀ ਕੀਤੀ ਤੇ ਉਹਦੇ ਵਿੱਚ ਵੀ ਅਸੀਂ ਇੰਨਾ ਭੁਲੇਖਾ ਖਾਧਾ ਹੋਇਆ। ਫॉर ਇੰਸਟੈਂਸ ਉਹ ਹੈਗਾ ਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। I'm just giving an sort of excerpt. ਉਹ ਸੁਣਿਆ ਹੋਇਆ? Yeah. ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਥਾਨਾ, ਹੈ ਨਾ। ਫਿਰ ਉਹਦੇ ਚ ਹੈਗਾ, ਸੁਨ ਮੁਨ ਨਗਰੀ ਭਈ, ਦੇਖ ਫਕੀਰ ਹੋਆ ਹੈਰਾਨਾ। ਤੇ ਪੁੱਛਿਆ ਉੱਠ ਕੇ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ, ਏਦਾਂ ਕਰਕੇ ਹੈਗਾ ਦਸਤਗੀਰ। ਉਹ ਦਸਤਗੀਰ ਉੱਥੇ ਦੇ, ਇਹ ਮਦੀਨੇ ਦੀ ਗੱਲ ਹੈ। ਗੁਰੂ ਸਾਹਿਬ ਬਗਦਾਦ ਤੋਂ ਮਦੀਨੇ ਚਲੇ ਜਾਂਦੇ ਨੇ, ਤੇ ਮਦੀਨੇ ਦੇ ਵਿੱਚ ਮੁਹੰਮਦ ਸਾਹਿਬ ਦੀ ਮਜ਼ਾਰ ਹੈ। ਤੇ ਗੁਰੂ ਸਾਹਿਬ ਉੱਥੇ ਜੁੱਤੀਆਂ ਲੈ ਕੇ ਤੇ ਕੀਰਤਨ ਕਰਦੇ ਨੇ। ਹੁਣ ਕੀਰਤਨ ਜਿਹੜਾ ਉਹ ਹਰਾਮ ਹੈ ਇਸਲਾਮ ਦੇ ਵਿੱਚ। ਇਹ ਬੈਕਗਰਾਉਂਡ ਸਟੋਰੀ ਹੈ ਜਿਹੜੀ। ਤੇ ਉਹ ਜਦੋਂ ਉਹਨਾਂ ਨੇ ਹੁਣ ਪੁਰਾਣੇ ਜ਼ਮਾਨੇ ਦੇ ਸ਼ਹਿਰ ਜਿਹੜੇ ਸੀ, ਉਹ ਤੇ 10 15 20 ਘਰ ਹੀ ਹੁੰਦੇ ਸੀਗੇ ਨਾ, ਅੱਜ ਤੋਂ ਇੰਨੇ ਸਾਲ ਪਹਿਲੋਂ। ਤੇ ਉਹ ਸਾਰੇ ਪਿੰਡ ਦੇ ਵਿੱਚ ਖਬਰ ਚਲੀ ਗਈ ਕਿ ਉਹ ਯਾਰ ਇੱਥੇ ਕੋਈ ਗਾ ਰਿਹਾ, ਇਹ ਕਾਫਰ ਕਿਹੜਾ ਆ ਗਿਆ। ਤੇ ਉਹ ਦਸਤਗੀਰ ਜਿਹੜਾ ਸੀ ਉੱਥੇ ਦਾ ਇੰਚਾਰਜ ਕਾਜ਼ੀ, ਉਹਨੇ ਸਾਰਿਆਂ ਨੂੰ ਇਕੱਠਾ ਕੀਤਾ ਕਿ ਆਓ ਬਈ, ਇਹ ਤੇ ਕਾਫਰ ਹੈਗਾ, ਇਹਨੇ ਤੇ ਸਾਡੇ ਹਜ਼ਰਤ ਸਾਹਿਬ ਦੀ ਨਮਾਜ਼ ਜਿਹੜੀ ਹੈ, ਕਬਰ ਮਜ਼ਾਰ, ਉਹਨੂੰ ਗੰਦਲਾ ਕਰਤਾ, ਅਪਵਿੱਤਰ ਹੋ ਗਈ ਹੈ। ਤੇ ਉਹ ਸਾਰੇ ਦੇ ਸਾਰੇ ਭੱਜ ਕੇ, ਕਿਸੇ ਦੇ ਹੱਥ 'ਚ ਡਾਂਗ ਹੈ, ਕਿਸੇ ਦੇ ਹੱਥ 'ਚ ਵੱਟਾ ਹੈ, ਕਿਸੇ ਹੱਥ ਸੋਟੀ ਹੈ, ਜੋ ਜਿਹਨੂੰ ਮਿਲਿਆ ਉਹ ਲੈ ਕੇ ਇਹਨਾਂ ਨੂੰ ਮਾਰਨ ਲਈ ਤੁਰ ਪਿਆ। ਉੱਥੇ ਭਾਈ ਗੁਰਦਾਸ ਜੀ ਨੇ ਲਿਖਿਆ, ਸੁਨ ਮੁਨ ਨਗਰੀ ਭਈ, ਵੇਖ ਫਕੀਰ ਹੋਆ ਹੈਰਾਨਾ। ਅਸੀਂ ਹੁਣ ਸੁਨ ਮੁਨ ਨੂੰ ਕੀ ਲਵਾਂਗੇ? ਸਾਇਲੈਂਟ। ਪਰ ਸਟੋਰੀ ਇਹ ਕਹਿੰਦੀ ਹੈ ਕਿ ਉਹ ਜਦੋਂ ਪਿੰਡ ਵਾਲੇ ਗੁਰੂ ਸਾਹਿਬ ਤੇ ਅਟੈਕ ਕਰਨ ਆਏ, ਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਹੱਥ ਚੁੱਕਿਆ, ਜਿਹਦਾ ਹੱਥ ਜਿੱਥੇ ਸੀਗਾ ਉਹ ਉੱਥੇ ਰੁਕ ਗਿਆ। ਹੁਣ ਇਹਨੂੰ ਜਿਹੜੇ ਮੇਰੇ ਵਰਗੇ ਫੇਥ ਤੋਂ ਅੰਨੇ, ਉਹ ਕਹਿੰਦੇ ਆ ਜੀ ਕਿ ਉਹ ਗੁਰੂ ਸਾਹਿਬ ਨੇ ਕਰਾਮਾਤ ਦਿਖਾਤੀ। ਪਰ ਅਸੀਂ ਇਹ ਨਹੀਂ ਮੰਨਦੇ, ਇਹ ਨਹੀਂ ਮੰਨ ਕੇ ਰਾਜ਼ੀ ਕਿ ਰੱਬ ਗੁਰੂ ਸਾਹਿਬ ਦੇ ਨਾਲ ਸੀ। ਰੱਬ ਨੇ ਕੋਈ ਇਹੋ ਜਿਹੀ ਉੱਥੇ ਕਹਾਣੀ ਵਰਤਾਤੀ, ਜਿੱਦਾਂ 9ਵੇਂ ਪਾਤਸ਼ਾਹ ਦੀ ਜਦੋਂ ਅਸੀਂ ਪੜ੍ਹਦੇ ਹਾਂ, ਕੋਈ ਹਨੇਰੀ ਆ ਗਈ ਤੇ ਆ ਗਿਆ, ਉੱਥੇ ਤੇ ਹੋਇਆ ਹੀ ਕੁਛ ਨਹੀਂ ਇਹੋ ਜਿਹੀ ਗੱਲ। ਇਹ ਵੀ ਟੌਪਿਕ ਨੋਟ ਕਰ ਲਓ, ਇਹ ਹਿਸਟੋਰੀਕਲ ਟੌਪਿਕ ਹੈ, ਬਟ ਇਟ ਇਜ਼ ਵੈਰੀ ਇੰਪੋਰਟੈਂਟ ਕਿ 9ਵੇਂ ਪਾਤਸ਼ਾਹ ਦਾ ਜਿਹੜਾ ਸੀਸ ਹੈ ਉਹ ਆਨੰਦਪੁਰ ਕਿਵੇਂ ਪਹੁੰਚਾ। ਇਹ ਇੱਕ ਛੋਟਾ ਜਿਹਾ ਟਰੈਕਟ ਹੈਗਾ। ਹੁਣ ਅਸੀਂ ਕਹਿੰਦੇ ਜੀ ਉਹ ਹਨੇਰੀ ਆਈ ਤੇ ਉਹ ਕੀ ਨਾਂ ਸੀ, ਮਨੀ ਸਿੰਘ ਦਾ ਸਹੁਰਾ, ਰਕਾਬਗੰਜ ਵਾਲਾ, ਜਿਹਦਾ ਨਾਂ ਤੇ ਰਕਾਬਗੰਜ ਹੈ ਯਾਰ, ਓ ਬੋਏ। ਸੋ ਮਤਲਬ ਉਹ ਲੱਖੀ ਸ਼ਾਹ ਵਣਜਾਰਾ, ਥੈਂਕ ਯੂ, ਲੱਖੀ ਸ਼ਾਹ ਵਣਜਾਰਾ। ਉਹ ਹਨੇਰੀ ਆਈ ਤੇ ਬਸ ਉਹਨੇ ਆਪਣੇ ਗੱਡੇ ਤੇ ਲੱਦਿਆ ਤੇ ਜਾ ਕੇ ਸੰਸਕਾਰ। ਹਨੇਰੀ ਆਈ, ਮਤਲਬ ਅਸੀਂ ਉਹਨੂੰ, ਜਿਹੜੇ 5 ਸਿੱਖਾਂ ਨੇ ਪਹਿਲੇ ਸਟ੍ਰੈਟਜੀ ਡਰਾ ਕੀਤੀ, ਫਿਰ ਉਹਦੇ ਤੇ ਅਮਲ ਕੀਤਾ, ਤੇ ਫਿਰ 3 ਸਿੱਖ ਲੈ ਕੇ ਸੀਸ ਨੂੰ ਗਏ, ਤੇ ਉਹਨਾਂ ਦਾ 5 ਸਟਾਪ ਓਵਰਸ ਨੇ ਜਿਹੜੇ ਅੱਜ ਵੀ ਐਗਜ਼ਿਸਟ ਕਰਦੇ ਨੇ, ਪਰ ਸਾਨੂੰ ਪਤਾ ਹੀ ਨਹੀਂ ਹੈਗਾ, ਵੀ ਡਿਡਨਟ ਲਿੰਕ ਇਟ ਆਊਟ। ਉਹ ਸਾਰਾ ਪੂਰਾ ਇਤਿਹਾਸ ਹੈਗਾ। ਇਸ ਤਰ੍ਹਾਂ ਅਸੀਂ ਫੇਥ ਨੂੰ ਅੰਨ੍ਹਿਆ ਹੋ ਕੇ ਜਦੋਂ ਫੋਲੋ ਕਰਦੇ ਹਾਂ, ਤੇ ਕਈ ਵਾਰੀ ਅਨਰਥ ਕਰ ਦਿੰਦੇ ਹਾਂ, ਤੇ ਕਈ ਵਾਰੀ ਅਸਲੀ ਹੈਪਨਿੰਗਸ ਜਿਹੜੀਆਂ ਨੇ ਉਹਨਾਂ ਨੂੰ ਛੁਟਿਆ ਦਿੰਦੇ ਹਾਂ, ਬਿਲਿਟਲ ਕਰ ਦਿੰਦੇ ਹਾਂ। ਇਹ ਬੜੀ ਇੱਕ ਓੰਕਾਰ ਸਤਨਾਮ
करता पुरख निरपाव निर्वैर अकाल मूर्त अजूनी सैभंग गुर प्रसाद एक ओंकार सत नाम करता पुरख निरपाव निर्वैर अकाल मूर्त अजूनी सैभंग गुर प्रसाद एक ओंकार सत नाम करता पुरख निरपाव निर्वैर अकाल मूर्त अजूनी सैभंग गुर प्रसाद एक ओंकार सत नाम करता पुरख निरपाव निर्वैर अकाल मूर्त अजूनी सैभंग गुर प्रसाद। पौड़ी जा तू मेरे वल है तां क्या मोचंदा तुत सब कुछ मैनू सौंपिया जा तेरा बंदा जा तू मेरे वल है तां क्या मोचंदा तुत सब कुछ मैनू सौंपिया जा तेरा बंदा लक्ष्मी तोत ना वई खाए खर्च रहंदा लख 84 मैदनी सब सेव करंदा ए वैरी मित्र सब कीतिया ना मंगे मंदा लेखा कोई न पुजई जा हर बख्शंदा आनंद पिया सुख पाया मिल गुर गोविंदा सबे काज सवारिए जा तुत पावंदा सबे काज सवारिए जा तुत पावंदा वाहिगुरु 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 जी का खालसा वाहिगुरु जी वाहिगुरु जी की फतेह। थैंक यू।